ਫਰਾਰੀ ਤੁਹਾਨੂੰ ਸਿਲੈਕਟ ਕਰਦੀ ਹੈ, ਫਿਰ ਤੁਸੀਂ ਫਰਾਰੀ 'ਚ ਜਾਂਦੇ ਹੋ। ਜਦੋਂ ਆਪਾਂ ਕਾਰ ਖੋਲਦੇ ਹਾਂ, ਤੁਸੀਂ ਉਹਦੇ ਦੇਖੋ, ਨੋਟ ਕਰੋਗੇ ਲਿਖਿਆ ਹੋਇਆ ਟੇਲਰ ਮੇਡ, ਸਪੈਸ਼ਲੀ ਮੇਡ ਫॉर ਕਪੂਰ ਫੈਮਿਲੀ। ਟੇਲਰ ਦੇ ਪੋਤੇ ਨੂੰ ਟੇਲਰ ਮੇਡ ਪ੍ਰੋਗਰਾਮ ਮਿਲ ਗਿਆ। ਹਾਂਜੀ, ਤੇ ਫਿਰ ਤਾਂ ਐਂ ਲੱਗਦਾ ਹੁੰਦਾ ਵੀ ਸਾਰਾ ਕੁਝ ਆਪਣੇ ਹੱਥ 'ਚ ਆ ਗਿਆ, ਹੁਣ ਤਾਂ ਵਧਣਾ ਕੰਮ ਸਰ। ਫਿਰ ਉਹ ਕਹਿੰਦੇ ਜੀ ਤੁਸੀਂ ਮਾਈਂਡ ਕਰੋਗੇ ਵੀ ਜੇ ਅਸੀਂ ਪੇਂਟ ਦਾ ਨਾਮ ਰੋਸੋ ਕਪੂਰ ਰੱਖ ਦਈਏ ਤੁਹਾਡੇ ਨਾਮ ਤੇ। ਜਿੰਨੇ ਹੱਥਾਂ ਦੀਆਂ ਉਂਗਲੀਆਂ ਨੇ ਜੀ, ਇੰਨੇ ਕਿ ਸ਼ਾਇਦ ਲੋਕ ਨੇ ਧਰਤੀ ਤੇ ਜਿਨ੍ਹਾਂ ਦੇ ਨਾਮ ਤੇ ਫਰਾਰੀ ਨੇ ਪੇਂਟ ਰੱਖਿਆ ਵੀ ਇਹਦੇ ਵਿੱਚ ਜਿਹੜਾ ਪੇਂਟ ਹੈ ਨਾ। ਪਹਿਲੀ ਗੱਲ ਤਾਂ ਦੇਖੋ, ਦੇਖੋ ਸਾਰੀ ਕਾਰਬਨ ਫਾਈਬਰ ਦੀ ਹੈ, ਹੈ ਨਾ। ਇਹ ਕਾਰਬਨ ਫਾਈਬਰ ਦੀ ਕਾਰ ਹੈ ਜੀ, ਠੀਕ ਹੈ। ਇਹ ਵੀ ਕਾਰਬਨ ਫਾਈਬਰ ਹੈ, ਤੁਸੀਂ ਦੇਖੋਗੇ ਆਹ ਕਾਰਬਨ ਫਾਈਬਰ ਲੱਗਿਆ ਹੋਇਆ ਸਾਰੇ ਕਿਤੇ, ਹੈ ਨਾ। ਤੇ ਉਸ ਤੋਂ ਬਾਅਦ ਜਿਹੜਾ ਪੇਂਟ ਹੈ ਜੀ, ਇਹ ਲਿਖਿਆ ਹੋਇਆ ਦੇਖੋ ਰੋਸੋ ਕਪੂਰ। ਜਦੋਂ ਫਿਰ ਤੁਹਾਨੂੰ ਇਹ ਆਫਰ ਆਉਂਦੀ ਹੈ, ਤੁਸੀਂ ਉੱਥੇ ਫੈਕਟਰੀ ਦੇ ਵਿੱਚ ਜਾਂਦੇ? ਸਾਡੀ ਹਿਸਟਰੀ, ਅਸੀਂ ਪ੍ਰਾਊਡ ਹਾਂ ਤਾਂ ਇੱਕ ਸਪੈਸ਼ਲ ਸੀਰੀਜ਼ ਕਾਰ ਕੱਢਾਂਗੇ। ਤੇ ਜਿਹੜੀਆਂ ਵੀ ਇਤਿਹਾਸ ਦੇ ਵਿੱਚ, ਫਰਾਰੀ ਦੇ ਇਤਿਹਾਸ ਵਿੱਚ ਜਿੰਨੀਆਂ ਵੀ ਸਪੈਸ਼ਲ ਸੀਰੀਜ਼ ਕਾਰਾਂ ਬਣੀਆਂ ਨੇ, ਉਹ ਸਾਰੀਆਂ ਕਾਰਾਂ ਹਮੇਸ਼ਾ ਬਹੁਤ ਲਿਮਿਟਡ ਪ੍ਰੋਡਕਸ਼ਨ ਦੇ ਵਿੱਚ ਹੁੰਦੀਆਂ ਨੇ ਤੇ ਬਹੁਤ ਜ਼ਿਆਦਾ ਡਿਮਾਂਡ ਉਹਨਾਂ ਦੀ ਹੁੰਦੀ ਹੈ ਤੇ ਉਹਨਾਂ ਕਾਰਾਂ ਦੇ ਮੁੱਲ ਹਮੇਸ਼ਾ ਵੱਧਦੇ ਨੇ, ਬਣਦੀਆਂ ਹੀ ਕੁਝ ਲੋਕਾਂ ਦੇ ਆਸਤੇ ਨੇ। ਤੇ ਉਹਨਾਂ ਦੇ ਵਿੱਚੋਂ ਇੱਕ ਸਾਨੂੰ ਵੀ ਆਨਰ ਮਿਲਿਆ ਇਹ ਜੀ ਕਾਰ ਹਾਸਲ ਕਰਨ ਦਾ। ਉਹ ਲਾਲ ਕਾਰ ਉਹ ਹੈ ਜਿਹੜੀ ਸਪੈਸ਼ਲ ਸੀਰੀਜ਼ ਕਾਰ ਹੈ। ਅਸੀਂ ਇਹ ਨਹੀਂ ਕਹਿ ਸਕਦੇ ਮੇਰੇ ਕੋਲ ਬੜੇ ਪੈਸੇ ਨੇ, ਮੈਂ ਕਹਿੰਦੇ ਨੇ ਬਿਲੀਅਨਰ ਬਹੁਤ ਵੱਡਾ ਹੋ ਸਕਦਾ, ਪਰ ਫਰਾਰੀ ਅੱਗੇ ਮੈਂ ਕੁਝ ਨਹੀਂ। ਫਰਾਰੀ ਅੱਗੇ ਇੱਕ ਪੈਸ਼ਨ ਬਹੁਤ ਜ਼ਰੂਰੀ ਹੈ। ਤੁਸੀਂ ਉਹਨਾਂ ਦੀ ਇੱਜ਼ਤ ਕਿੰਨੀ ਕਰਦੇ ਹੋ, ਤੁਸੀਂ ਉਹਨਾਂ ਦੇ ਜਿਹੜਾ ਕਾਰ ਹੈ ਉਹਦੀ ਤੁਸੀਂ ਕਿੰਨੀ ਇੱਜ਼ਤ ਕਰਦੇ ਹੋ, ਉਹਦੀ ਬ੍ਰਾਂਡ ਦੀ ਕਿੰਨੀ ਇੱਜ਼ਤ ਕਰਦੇ ਹੋ। ਜਸਟਿਨ ਬੀਬਰ ਹੈ, ਬੜਾ ਸਿੰਗਰ ਹੈ, ਇਹ ਬੈਨ ਹੈ, ਉਹਨੂੰ ਫਰਾਰੀ ਨਹੀਂ ਮਿਲ ਸਕਦੀ। ਮੈਂ ਕਿਹਾ ਯਾਰ ਜਿੱਦਾਂ ਦੀ ਕਾਰ ਬਣਨੀ ਹੈ ਤਾਂ ਸ਼ਾਇਦ ਮੈਂ ਉੱਥੇ ਡੀਲਰ ਦੇ ਨਾਲ ਬਹਿ ਕੇ ਡਿਜ਼ਾਈਨ ਕਰ ਲੈਂਦਾ ਕੈਲਗਰੀ ਦੇ ਵਿੱਚ, ਵੀ ਅਸੀਂ ਆਇਆ ਨਹੀਂ ਦੂਰ ਵੀ ਮੈਂ ਤਾਂ ਕਾਰ ਇਹ ਜੀ ਦੋ ਵੀ ਜਿਹੜੀ ਦੁਨੀਆ ਉਹਦੀਆਂ ਫੋਟੋਆਂ ਲਵੇ। ਕਹਿੰਦੇ ਜੀ ਤੁਸੀਂ ਜਾਓ ਰੋਟੀ ਖਾ ਕੇ ਆਓ, ਉਸ ਤੋਂ ਬਾਅਦ ਤੁਹਾਨੂੰ ਅਸੀਂ ਇਹੀ ਜੀ ਕਾਰ ਬਣਾ ਕੇ ਦੇਵਾਂਗੇ ਵੀ ਲੋਕ ਸੱਚੀ ਮੁੱਚ ਦੀਆਂ ਫੋਟੋਆਂ ਲੈਣਗੇ। 100 ਤੇ ਪਹੁੰਚੂਗੀ 0 ਤੋਂ 100 ਤੇ 2.8 ਸੈਕਿੰਡ ਦੇ ਵਿੱਚ। ਤੁਸੀਂ ਕਹੋਗੇ ਹਾਂਜੀ, ਤੁਸੀਂ ਕਹੋਗੇ 1 2 3 ਮੂੰਹ ਚੋਂ ਨਿਕਲਣਾ, ਗੱਡੀ 100 ਤੇ ਚੱਲਦੀ ਹੋਊਗੀ। ਇਹ ਜਿਹੜੀ ਕਾਰ ਦਾ ਇੰਜਨ ਦੇਖੋਗੇ ਤੁਸੀਂ, ਇਹ ਇੰਜਨ ਦੇ ਵਿੱਚ ਜੀ ਇਹ V8 ਇੰਜਨ ਹੈ, 720 ਹਾਰਸ ਪਾਵਰ ਨੇ ਲਗਭਗ। ਪੇਂਟ ਦੇ ਸ਼ਾਇਦ ਪਤਾ ਨਹੀਂ ਤੁਹਾਡਾ ਕੈਮਰਾ ਕੈਪਚਰ ਕਰ ਸਕੇ ਨਾ ਕਰ ਸਕੇ, ਤੁਸੀਂ ਦੇਖੋਗੇ 골ਡਨ ਸ਼ਿਮਰ ਹੈਗੀ ਹੈ ਪੇਂਟ ਤੇ। ਨਹੀਂ ਉਹ ਬਿਲਕੁਲ ਉਹ ਜਿਹੜਾ ਛਾਂ ਵਾਲਾ ਏਰੀਆ ਉਹ ਡਿਫਰੈਂਟ ਹੈ। ਹਾਂਜੀ, ਉਹ ਡਿਫਰੈਂਟ ਲੱਗਿਆ, ਛਾਂ ਵਾਲਾ ਇਹ ਤਾਂ ਡਿਫਰੈਂਟ ਲੱਗਿਆ। ਤੁਸੀਂ ਕਹੋਗੇ ਕਾਰ ਹੈ ਹੀ ਡਿਫਰੈਂਟ ਰੰਗ ਦੀ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ। ਪ੍ਰੋ ਪੰਜਾਬ ਟੀਵੀ ਦੇਖਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਹਾਂ ਕਮਲਜੀਤ ਬੁੱਟਰ। ਪੰਜਾਬੀਆਂ ਦੇ ਸ਼ੌਂਕ ਹਮੇਸ਼ਾ ਹੀ ਵੱਖਰੇ ਰਹੇ ਆ। ਕਦੇ ਅਸੀਂ ਨਸਲੀ ਘੋੜਿਆਂ ਦੇ ਸ਼ੌਕੀਨ ਹੁੰਨੇ ਆ ਤੇ ਕਦੇ ਅਸੀਂ ਮਹਿੰਗੀਆਂ ਜੀਪਾਂ ਦੇ ਸ਼ੌਕੀਨ ਹੁੰਨੇ ਆ। ਤੇ ਅੱਜ ਅਸੀਂ ਜਿਸ ਜਗ੍ਹਾ ਦੇ ਉੱਪਰ ਖੜੇ ਆ, ਮੇਰੇ ਪਿੱਛੇ ਤੁਸੀਂ ਦੇਖੋਗੇ ਇਹ ਸਾਡੇ ਕੋਲ ਲੋਹੇ ਦੇ ਘੋੜੇ ਨੇ। ਘੋੜੇ ਵੀ ਨਸਲੀ ਨੇ। ਦੁਨੀਆ ਦੇ ਉੱਪਰ ਅਸੀਂ ਦੇਖਦੇ ਹਾਂ ਕਿ ਬਹੁਤ ਤਰ੍ਹਾਂ ਦੀਆਂ ਗੱਡੀਆਂ ਨੇ, ਬਹੁਤ ਮਹਿੰਗੇ ਬ੍ਰਾਂਡ ਨੇ, ਪਰ ਅੱਜ ਅਸੀਂ ਤੁਹਾਨੂੰ ਗੱਲ ਕਰਾਂਗੇ ਤੁਹਾਡੇ ਨਾਲ ਫਰਾਰੀ ਦੀ। ਪੰਜਾਬੀਆਂ ਦਾ ਇੱਕ ਵੱਖਰਾ ਜਿਹਾ ਰਿਹਾ ਕਿ ਅਸੀਂ ਜੀਪਾਂ ਤਿਆਰ ਕਰਾ ਲੈਂਦੇ ਆ ਤੇ ਪਰ ਇਹ ਬੜਾ ਘੱਟ ਸੁਣਨ ਨੂੰ ਸਾਨੂੰ ਮਿਲਿਆ ਕਿ ਅਸੀਂ ਕਦੇ ਫਰਾਰੀ ਤਿਆਰ ਕਰਾਈ ਹੋਵੇ। ਦੁਨੀਆ ਦਾ ਰੇਸਿੰਗ ਕਾਰਾਂ ਦੇ ਵਿੱਚ ਇੱਕ ਵੱਡਾ ਨਾਮ ਹੈ ਫਰਾਰੀ ਦਾ। ਤੇ ਜਦੋਂ ਸਾਨੂੰ ਇਹ ਆਫਰ ਆਵੇ ਕਿ ਫਰਾਰੀ ਸਾਨੂੰ ਕਵੇ ਕਿ ਤੁਸੀਂ ਸਾਡੀ ਫੈਕਟਰੀ ਆਓ ਤੇ ਤੁਸੀਂ ਆਪਣੀ ਮਨਪਸੰਦ ਗੱਡੀ ਤੇ ਕਰਵਾ ਲਓ, ਤੇ ਇਹ ਬੜਾ ਸੁਣਨ ਚ ਅਜੀਬੋ-ਗਰੀਬ ਜਿਹਾ ਲੱਗਦਾ ਵੀ ਕੀ ਇਹ ਇਦਾਂ ਪੋਸੀਬਲ ਹੈ, ਪਰ ਇਹ ਹੋਇਆ। ਇੱਕ ਸਾਡੇ ਸ਼ਖਸ ਨੇ, ਡਾਕਟਰ ਅਨਮੋਲ ਕਪੂਰ, ਕੈਲਗਰੀ ਦੇ ਰਹਿਣ ਵਾਲੇ ਨੇ, ਹਾਰਟ ਸਪੈਸ਼ਲਿਸਟ ਨੇ, ਪਰ ਅੱਜ ਕੱਲ ਜੇ ਅਸੀਂ ਦੇਖਦੇ ਹਾਂ ਤੇ ਅੱਜ ਉਹਨੂੰ ਅਸੀਂ ਮੈਨੂੰ ਇਹ ਲੱਗਦਾ ਹੁੰਦਾ ਵੀ ਕਾਰਾਂ ਦੇ ਵੀ ਉਹ ਸਪੈਸ਼ਲਿਸਟ ਹੋ ਗਏ, ਜਿਸ ਤਰ੍ਹਾਂ ਉਹ ਗੱਡੀਆਂ ਦੇ ਬਾਰੇ ਦੱਸਦੇ ਆ। ਇਹ ਸ਼ੌਂਕ ਉਹਨਾਂ ਦਾ ਕਦੋਂ ਤੋਂ ਉਹਨਾਂ ਨੂੰ ਪਿਆ, ਬਚਪਨ ਤੋਂ ਪਿਆ, ਕਿਸ ਤਰ੍ਹਾਂ ਦਾ ਸੀ ਉਹਨਾਂ ਦਾ ਪਰਿਵਾਰਕ ਪਿਛੋਕੜ, ਕਿੱਦਾਂ ਦਾ, ਅਸੀਂ ਇਹ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਕਰਾਂਗੇ। ਸਾਡੇ ਨਾਲ ਨੇ ਡਾਕਟਰ ਅਨਮੋਲ ਕਪੂਰ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਅਸੀਂ ਗੱਡੀਆਂ ਤੁਹਾਡੀਆਂ ਅਸੀਂ ਦੇਖ ਰਹੇ ਹਾਂ, ਤੇ ਇਹ ਸ਼ੌਂਕ ਕਦੋਂ ਤੋਂ ਆਇਆ? ਤੁਸੀਂ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਥੋੜਾ ਜਿਹਾ
ਪਰਿਵਾਰਕ ਜਿਹੜਾ ਫੈਮਿਲੀ ਬੈਕਗ੍ਰਾਉਂਡ ਆ ਪੰਜਾਬ ਤੋਂ ਕਿੱਥੋਂ ਤੇ ਕੈਨੇਡਾ ਵਿੱਚ ਕਦੋਂ ਆਏ ਤੇ ਸ਼ੌਂਕ ਇੱਥੇ ਆ ਕੇ ਪੈਦਾ ਹੋਇਆ ਜਾਂ ਇਹ ਤੁਹਾਡਾ ਬਚਪਨ ਦਾ ਸ਼ੌਂਕ ਸੀਗਾ ਤੇ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਇਹਦੇ ਬਾਰੇ ਦੱਸੋ। ਹਾਂਜੀ, ਮੈਂ ਨਾਭੇ ਸ਼ਹਿਰ ਦਾ ਜੰਮਪਾਲ ਹਾਂ ਜੀ, ਤੇ ਜਿਹੜੇ ਮੇਰੇ ਪਿਤਾ ਜੀ ਸਰਦਾਰ ਜਸਵੰਤ ਸਿੰਘ ਕਪੂਰ ਤੇ ਮਾਤਾ ਜੀ ਮਨਜੀਤ ਕੌਰ ਕਪੂਰ ਨਾਭੇ ਤੋਂ ਹੀ ਨੇ। ਤੇ ਮੇਰੇ ਫਾਦਰ ਸਾਹਿਬ ਦਾ ਜਨਮ 1947 ਦੇ ਵਿੱਚ ਹੋਇਆ ਸੀ, ਜਦੋਂ ਫਰਾਰੀ ਦਾ ਜਨਮ ਹੋਇਆ ਸੀ। ਤੇ ਫਰਾਰੀ ਜਦੋਂ ਪਹਿਲੀ ਕਾਰ ਨਿਕਲੀ ਸੀ 1947 ਦੇ ਵਿੱਚ ਨਿਕਲੀ ਸੀ, ਤੇ ਉਦੋਂ ਹੀ ਮੇਰੇ ਫਾਦਰ ਸਾਹਿਬ ਜਨਮ ਵੀ ਹੋਇਆ ਸੀ ਰਿਫਿਊਜੀ ਕੈਂਪ ਦੇ ਵਿੱਚ ਲੁਧਿਆਣੇ। ਕਿਉਂਕਿ ਜਦੋਂ ਵੰਡ ਹੋਈ ਤੇ ਪੰਜਾਬ ਜਿਹੜਾ ਲਹਿੰਦੇ ਵਾਲਾ ਪੰਜਾਬ ਛੱਡ ਕੇ ਚੜ੍ਹਦੇ ਪੰਜਾਬ ਨੂੰ ਆਉਣਾ ਪਿਆ ਉਹਨਾਂ ਨੂੰ। ਤੇ ਉਸ ਤੋਂ ਬਾਅਦ ਮੇਰੇ ਜਿਹੜੇ ਦਾਦਾ ਜੀ ਸੀਗੇ ਉਹ ਦਰਜੀ ਦਾ ਕੰਮ ਕਰਦੇ ਸੀ, ਕਿ ਪਹਿਲਾਂ ਉਹਨਾਂ ਦਾ ਬਿਜ਼ਨਸ ਸੀਗਾ, ਖੇਤੀਬਾੜੀ ਦਾ ਕੰਮ ਸੀ ਉਹਨਾਂ ਦਾ ਸਰਗੋਧੇ ਵਾਲੇ ਪਾਸੇ, ਪੰਜਾਬ ਵਾਲੇ ਪਾਸੇ। ਤੇ ਜਦੋਂ ਛੱਡ ਕੇ ਆਏ ਸਾਰਾ ਕੁਝ ਜੁੜ ਕੇ ਇੱਧਰ ਨੂੰ ਪਹੁੰਚੇ ਤੇ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਉਹਨਾਂ ਨੇ ਫਿਰ ਦਰਜੀ ਦਾ ਕੰਮ ਸਿੱਖਣਾ ਸ਼ੁਰੂ ਕੀਤਾ ਵੀ ਕੋਈ ਤਾਂ ਕਿੱਤਾ ਮੇਰੇ ਹੱਥ ਦੇ ਵਿੱਚ ਹੋਵੇ। ਤੁਹਾਡੇ ਫਾਦਰ ਸਾਹਿਬ ਜਾਂ ਦਾਦਾ ਜੀ? ਮੇਰੇ ਦਾਦਾ ਜੀ। ਤੇ ਉੱਥੋਂ ਹੀ ਮੇਰੇ ਫਾਦਰ ਜਨਮ ਹੋਇਆ 1947 ਦੇ ਵਿੱਚ। ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਪਰਿਵਾਰ ਨੂੰ ਲੁਧਿਆਣੇ ਤੋਂ ਨਾਭੇ ਲੈ ਗਏ ਤੇ ਨਾਭੇ ਦੇ ਵਿੱਚ ਪਰਿਵਾਰ ਸਾਡਾ ਉੱਥੇ ਰਿਹਾ। ਉੱਥੇ ਮੇਰੇ ਚਾਚਾ ਜੀ ਦਾ ਬਰਥ ਹੋਇਆ, ਉੱਥੇ ਹੀ ਬਾਕੀ ਦੇ ਜਿਹੜੇ ਕਜ਼ਨ ਸੀ ਉੱਥੋਂ ਦਾ ਜਨਮ ਨਾਭੇ 'ਚ ਹੀ ਹੋਇਆ, ਉੱਥੇ ਵੀ ਮੇਰਾ ਜਨਮ ਹੋਇਆ। ਤੇ ਉਸ ਤੋਂ ਬਾਅਦ ਕੈਨੇਡਾ ਮੈਂ 2000 ਦੇ ਵਿੱਚ ਆਇਆ। ਵਿਚਕਾਰ ਜਿਹੜਾ ਰਾਹ ਸੀਗਾ ਮੇਰਾ ਰਾਹ ਵਿਚਕਾਰ ਦਾ ਸੀ ਰੂਸ ਤੋਂ ਹੋ ਕੇ ਆਇਆ। ਰੂਸ ਦੇ ਵਿੱਚ ਮੈਂ ਮੈਡੀਕਲ ਸਕੂਲ ਦੀ ਟ੍ਰੇਨਿੰਗ ਲਈ, ਪੜ੍ਹਾਈ ਕੀਤੀ, ਰੂਸੀ ਬੋਲੀ ਸਿੱਖੀ ਤੇ ਉਸ ਤੋਂ ਬਾਅਦ ਮੈਂ 2000 'ਚ ਇੱਥੇ ਪਹੁੰਚਿਆ। ਇੱਥੇ ਆ ਕੇ ਪੜ੍ਹਾਈ ਕੀਤੀ, ਇੱਥੇ ਕੰਪਿਊਟਰ ਦੀ ਪੜ੍ਹਾਈ ਕੀਤੀ, ਹੈਲਥ ਕੇਅਰ ਦੀ ਜਿਹੜੇ ਕੋਰਸਿਸ ਸੀ ਉਹ ਕੀਤੇ। ਇੱਥੇ ਇੰਟਰਨਲ ਮੈਡੀਸਨ ਟ੍ਰੇਨਿੰਗ ਲਈ ਯੂਨੀਵਰਸਿਟੀ ਕੈਲਗਰੀ ਦੇ ਵਿੱਚ, ਐਡਮਿੰਟਨ ਦੇ ਵਿੱਚ, ਅਲਬਰਟਾ ਦੇ ਵਿੱਚ। ਤੇ ਇੱਥੇ ਫਿਰ ਮੈਂ ਮੈਨੀਟੋਬਾ ਜਾ ਕਾਰਡੀਓਲੋਜੀ ਟ੍ਰੇਨਿੰਗ ਲਈ। ਉਸ ਤੋਂ ਬਾਅਦ ਫਿਰ ਮੈਂ ਕੈਲਗਰੀ ਦੇ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਜੀ। ਤੇ ਡਾਕਟਰ ਸਾਹਿਬ ਜਿਹੜਾ ਇਹ ਰੇਸਿੰਗ ਕਾਰਾਂ ਦਾ ਇਹ ਤੁਹਾਡਾ ਕੋਈ ਗੇਮ ਦਾ ਪਾਰਟ ਰਿਹਾ ਹੈ ਜਾਂ ਤੁਹਾਡਾ ਸ਼ੌਂਕ ਰਿਹਾ ਹੈ? ਇਹ ਫਰਾਰੀਆਂ ਦੇ ਨਾਲ ਕਦੋਂ ਤੋਂ ਜੁੜਨਾ ਸ਼ੁਰੂ ਹੋਇਆ ਤੁਸੀਂ? ਇਹ ਵੀ ਦੇਖੋ ਕਿਹੜੇ ਇਨਸਾਨ ਨੂੰ ਕਾਰਾਂ ਨਹੀਂ ਚੰਗੀਆਂ ਲੱਗਦੀਆਂ। ਪਹਿਲੀ ਗੱਲ ਤਾਂ ਇਹ ਆ ਵੀ ਕਿਹੜਾ ਕੋਈ ਇਨਸਾਨ ਜਿਹੜਾ ਕਾਰਾਂ ਇੰਜੋਏ ਨਹੀਂ ਕਰਦਾ। ਖਾਸ ਕਰ ਜਦੋਂ ਤੁਸੀਂ ਨੌਜਵਾਨ ਹੁੰਦੇ ਹੋ, ਜਵਾਨੀ 'ਚ ਹੁੰਦੇ ਹੋ, ਤੁਹਾਨੂੰ ਕਾਰਾਂ ਚਲਾਉਣ ਦਾ ਸ਼ੌਂਕ ਹੁੰਦਾ, ਕਾਰਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ। ਤੇ ਮੇਰੇ ਪਰਿਵਾਰ ਦੇ ਵਿੱਚ ਕਾਰਾਂ ਨਹੀਂ ਸੀਗੀਆਂ। ਮੇਰੇ ਮੰਮੀ ਡੈਡੀ ਕੋਲ ਇੰਨੇ ਪੈਸੇ ਨਹੀਂ ਸੀਗੇ ਵੀ ਉਹ ਆਪਣੀ ਜੋਗੀ ਵੀ ਕਾਰ ਲੈ ਸਕਣ। ਤੇ ਇਨਫੈਕਟ ਉਹਨਾਂ ਦੀ ਜਿਹੜੀ ਜ਼ਿੰਦਗੀ ਦੀ ਪਹਿਲੀ ਕਾਰ ਜਿਹਨਾਂ ਲਈ ਉਹਨਾਂ ਜ਼ਿੰਦਗੀ ਦੀ ਪਹਿਲੀ ਕਾਰ ਜਦੋਂ ਮੈਂ ਡਾਕਟਰ ਬਣ ਕੇ ਇੱਥੇ ਕੈਨੇਡਾ ਆਇਆ, ਇੱਥੇ ਜੋ ਪੜ੍ਹਾਈ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਮਤਲਬ ਪਹਿਲੀ ਕਾਰ ਉਹਨੂੰ ਲੈ ਕੇ ਦਿੱਤੀ ਮੈਂ ਜ਼ਿੰਦਗੀ ਦੇ ਵਿੱਚ। ਸੋ ਸਾਡੇ ਘਰ 'ਚ ਕਾਰਾਂ ਹੀ ਨਹੀਂ ਸੀਗੀਆਂ, ਪਰ ਹਾਂ ਸ਼ੌਂਕ ਸੀਗੇ। ਤੁਸੀਂ ਕਾਰਾਂ ਟੀਵੀ ਤੇ ਦੇਖਦੇ ਸੀ, ਤੁਹਾਡੇ ਪੋਸਟਰ ਲਗਾਉਂਦੇ ਸੀ ਕਮਰਿਆਂ ਦੇ ਵਿੱਚ ਬਈ ਆਹ ਫਰਾਰੀ ਆਏਗੀ, ਆਹ ਲੈਂਬਰਗਿਨੀ ਹੁੰਦੀ ਆ, ਪੋਰਸ਼ਾ ਹੁੰਦੀ ਆ, ਰੋਜ਼ ਰਾਇਸ ਹੁੰਦੀ ਆ। ਤੁਸੀਂ ਕਹਾਣੀਆਂ ਸੁਣਦੇ ਹੋ, ਬਚਪਨ 'ਚ ਵੱਡੇ ਹੁੰਦੇ ਹੋ, ਨਿੱਕੀਆਂ ਨਿੱਕੀਆਂ ਕਾਰਾਂ ਤੁਸੀਂ ਐਕਸਾਈਟ ਹੋ ਜਾਂਦੇ ਹੋ, ਸਟicker ਲੈ ਕੇ ਰੱਖ ਲੈਂਦੇ ਹੋ ਘਰੇ, ਪੋਸਟਰ ਲਗਾ ਕੇ ਰੱਖ ਲੈਂਦੇ ਹੋ। ਤੇ ਕਿਤੇ ਨਾ ਕਿਤੇ ਦਿਲ ਦੇ ਵਿੱਚ ਖਵਾਇਸ਼ ਸ਼ਾਇਦ ਹੈਗੀ ਸੀਗੀ ਵੀ ਵਾਹਿਗੁਰੂ ਮਿਹਰ ਕਰੇਗਾ ਤੇ ਕਿਸੇ ਦਿਨ ਅਸੀਂ ਵੀ ਉਸ ਲੈਣ ਜੋਗੇ ਹੋਵਾਂਗੇ। ਤੇ ਕਹਿਣ ਦਾ ਮਤਲਬ ਇਹ ਹੈ ਵੀ ਤੁਹਾਡੇ ਉਹ ਬਚਪਨ ਦਾ ਜਿਹੜਾ ਪੋਸਟਰ ਸੀਗਾ ਉਹ ਅਸਲੀਅਤ 'ਚ ਆ ਗਿਆ। ਹਾਂਜੀ, ਦੇਖੋ ਜੇ ਲੋਕ ਕਹਿੰਦੇ ਨੇ ਸੁਪਨੇ ਸੱਚ ਹੁੰਦੇ ਨੇ, ਮੇਰੇ ਸੁਪਨੇ ਸੱਚ ਹੋਏ ਨੇ ਤੇ ਮੇਰੇ ਸਾਹਮਣੇ ਹੋਏ ਨੇ, ਮੇਰੇ ਅੱਖਾਂ ਦੇ ਮੂਹਰੇ ਨੇ। ਸੋ ਮੈਂ ਇਹੀ ਕਹਿਣਾ ਲੋਕਾਂ ਨੂੰ ਵੀ ਵਿਸ਼ਵਾਸ ਕਰੋ, ਸੁਪਨੇ ਤੁਹਾਡੇ ਜ਼ਰੂਰ ਸੱਚ ਹੋਣਗੇ, ਬਸ ਲੱਗੇ ਰਹੋ। ਤੇ ਸਾਨੂੰ ਇਹ ਦੱਸੋ ਕਿ ਫਰਾਰੀ ਜਿਸ ਤਰ੍ਹਾਂ ਅਸੀਂ ਹੋਰ ਬੜੀਆਂ ਵੱਡੇ ਬ੍ਰਾਂਡ ਨੇ, ਰੋਇਲਸ ਰॉय ਹੋ ਗਿਆ ਜਾਂ ਪੋਰਸ਼ ਹੋ ਗਿਆ, ਹੋਰ ਬਹੁਤ ਸਾਰੇ ਇਦਾਂ ਦੇ ਬ੍ਰਾਂਡ ਨੇ। ਜੇ ਸਾਡੇ ਕੋਲ ਪੈਸਾ ਹੁੰਦਾ ਹੈ ਤੇ ਅਸੀਂ ਜਾਂਦੇ ਹਾਂ ਤੇ ਉੱਥੋਂ ਗੱਡੀ ਲੈ ਆਉਂਦੇ ਹਾਂ। ਤੇ ਫਰਾਰੀ ਦਾ ਤੁਸੀਂ ਦੱਸ ਰਹੇ ਸੀ ਕਿ ਇਹ ਸਾਰਾ ਸਿਸਟਮ ਹੀ ਵੱਖਰਾ ਆ। ਫਰਾਰੀ ਤੁਹਾਨੂੰ ਸਿਲੈਕਟ ਕਰਦੀ ਹੈ, ਫਿਰ ਤੁਸੀਂ ਫਰਾਰੀ 'ਚ ਜਾਂਦੇ ਹੋ, ਇਹ ਸਾਰਾ ਕੁਝ ਬਣਾਉਂਦੇ ਹੋ। ਇਹ ਸਾਨੂੰ ਸਮਝਾਓ ਥੋੜਾ ਜਿਹਾ। ਜੇ ਫਰਾਰੀ ਦੀ ਗੱਡੀ ਜੇ ਮੰਨ ਲਓ ਕਿਸੇ ਦੀ ਇੱਛਾ ਹੈ ਵੀ, ਪੈਸਾ ਵੀ ਹੈ ਤੇ ਉਹ ਲੈਣੀ ਚਾਹੁੰਦਾ ਹੈ, ਤੇ ਇਹ ਪ੍ਰੋਸੈਸ ਕੀ ਹੈ ਫਰਾਰੀ ਦੇ ਨਾਲ ਜੁੜਨ ਦਾ? ਹਾਂਜੀ, ਦੇਖੋ ਫਰਾਰੀ ਦੁਨੀਆ ਨੰਬਰ 1 ਬ੍ਰਾਂਡ ਹੈ ਜੀ। ਇਹ ਤੋਂ ਉੱਪਰ ਕੋਈ ਹੋਰ ਬ੍ਰਾਂਡ ਨਹੀਂ ਹੈਗਾ ਫਰਾਰੀ ਦਾ। ਤੇ ਇਹ ਜਿਹੜੀ ਫਰਾਰੀ ਸ਼ੁਰੂ ਤੋਂ ਹੀ 75 ਸਾਲਾਂ ਦੀ ਜਿਹੜੀ ਇਤਿਹਾਸ ਹੈ ਇਹਨਾਂ ਦਾ, ਤੇ ਉਹ ਇਤਿਹਾਸ ਦੇ ਵਿੱਚ ਹਮੇਸ਼ਾ ਜੋ ਫਰਾਰੀ ਕੰਪਨੀ ਬਣਾਈ ਗਈ ਸੀ, ਜਿਹਦੇ ਫਾਊਂਡਰ ਦਾ ਨਾਮ ਸੀ ਐਨਜ਼ੋ ਫਰਾਰੀ, ਉਹਨਾਂ ਦਾ ਸੀਗਾ ਵੀ ਮੈਂ ਫਾਰਮੂਲਾ 1 ਦੀ ਇੱਕ ਰੇਸਿੰਗ ਕਾਰ ਬਣਾਉਣੀ ਹੈ। ਉਹਨੂੰ ਫੰਡ ਕਰਨ ਵਾਸਤੇ ਮੇਰੀ ਟੀਮ ਹੈ, ਉਹ ਟੀਮ ਜਾ ਕੇ ਰੇਸਾਂ ਕਰਿਆ ਕਰੇਗੀ, ਕੱਪ ਜਿੱਤਿਆ ਕਰੇਗੀ ਦੁਨੀਆ ਭਰ ਦੇ ਵਿੱਚੋਂ। ਉਹਨੂੰ ਫੰਡ ਕਰਨ ਵਾਸਤੇ ਮੈਂ ਇੰਨੀਆਂ ਕਾਰਾਂ ਬਣਾਵਾਂਗਾ ਜਿਹਦੇ ਨਾਲ ਉਹਨਾਂ ਦੀ ਫੰਡਿੰਗ ਹੋ ਜਾਵੇ। ਸਿਰਫ ਇਹੀ ਮਕਸਦ ਸੀ ਉਹਦਾ ਵੀ ਕਿ ਰੇਸਿੰਗ ਕਾਰਾਂ ਬਣਾਉਣੀਆਂ ਨੇ, ਇੰਨੀਆਂ ਕੁ ਬਣਾਉਂਗਾ। ਜੇ ਦਿਮਾਗ 500 ਦੀ ਮੈਨੂੰ ਲੋੜ ਹੈ ਤਾਂ 500 ਬਣਨਗੀਆਂ, ਜੇ 1000 ਦੀ ਲੋੜ ਹੈ ਮੈਂ 1000 ਬਣਾਵਾਂਗਾ। ਜੋ ਖਰਚੇ ਵਧੀ ਜਾਣਗੇ ਉਨੀਆਂ ਕਾਰਾਂ ਮੈਂ ਪ੍ਰੋਡਿਊਸ ਕਰਾਂਗਾ। ਤੇ ਉਹਦੇ ਵਿੱਚ ਕੁਝ ਕੁ ਲੋਕਾਂ ਨੂੰ ਸਿਰਫ ਹੈਂਡ ਸਿਲੈਕਟ ਲੋਕਾਂ ਨੂੰ ਹੀ ਮੌਕਾ ਮਿਲਦਾ ਸੀ ਉਹ ਕਾਰਾਂ ਲੈਣ ਦਾ, ਕਿਉਂਕਿ ਜ਼ਿਆਦਾਤਰ ਜਿਹੜੀਆਂ ਫਰਾਰੀ ਦੀਆਂ ਕਾਰਾਂ ਹੁੰਦੀਆਂ ਨੇ ਹੱਥਾਂ ਨਾਲ ਬਣੀਆਂ ਹੁੰਦੀਆਂ ਨੇ। ਤੇ ਇਹਦੇ ਵਿੱਚ ਰੋਬੋਟਿਕ ਸਿਸਟਮ ਬਹੁਤ ਹੁਣ ਥੋੜਾ ਬਹੁਤ ਕਾਰਾਂ ਦੇ ਵਿੱਚ ਆ ਗਿਆ, ਪਰ ਅਦਰਵਾਈਜ਼ ਸ਼ੁਰੂ ਹੋਏ ਇਤਿਹਾਸ ਦੇ ਵਿੱਚ ਸਭ ਹੱਥਾਂ ਦੇ ਨਾਲ ਕੰਮ ਹੋਇਆ ਫਰਾਰੀ ਦੇ ਵਿੱਚ। ਅੱਜ ਵੀ ਮਤਲਬ ਜਿਹੜੀ ਹੈ ਫਰਾਰੀ ਹੈ ਵੀ ਹੈਂਡਮੇਡ? ਹਾਂਜੀ, ਜਿਹੜੇ ਇੰਜਨ ਹੈ, ਇੰਜਨ ਸਾਰਾ ਹੈਂਡਮੇਡ ਬਣਦਾ ਜੀ। ਜਿਹੜੇ ਹੋਲ ਨੇ
ਹੈ ਨਾ, ਜਿਹੜੇ ਇੰਜਨ ਦੇ ਵਿੱਚ ਸਿਲੰਡਰਾਂ ਦੇ ਹੋਲ ਹੁੰਦੇ ਨੇ ਉਹ ਰੋਬੋਟਿਕ ਸਿਸਟਮ ਕਰਦੇ ਨੇ ਅੱਜ ਕੱਲ੍ਹ ਜਾ ਕੇ, ਮੈਂ ਖੁਦ ਦੇਖ ਕੇ ਆਇਆ। ਪਰ ਬਾਕੀ ਇੰਜਨ ਨੂੰ ਇਕੱਠਾ ਕਰਨਾ ਉਹ ਸਾਰਾ ਹੱਥਾਂ ਦੇ ਨਾਲ ਕਰਦੇ ਨੇ, ਉਹ ਮੈਨੂਅਲ ਕੰਮ ਹੈ ਉੱਥੇ। ਓਕੇ, ਹਾਂਜੀ। ਸੋ ਉਹਦੇ ਵਿੱਚ ਜਦੋਂ ਫਰਾਰੀ ਤੁਸੀਂ ਜੋ ਆਮ ਕਾਰਾਂ ਕੰਪਨੀਆਂ ਹੁੰਦੀਆਂ, ਇਨਸਾਨ ਕਹਿੰਦਾ ਜੀ ਮੈਂ ਮਰਸੀਡੀਜ਼ ਲੈਣ ਗਿਆ, ਮੈਂ ਰੋਲਸ ਰਾਇਸ ਲੈਣ ਗਿਆ, ਜਾਂ ਮੈਂ ਪੋਰਸ਼ਾ ਲਈ, ਹੈ ਨਾ, ਤੁਸੀਂ ਜਾ ਕੇ ਬ੍ਰੈਂਡ ਨਿਊ ਕਾਰ ਜੋ ਡੀਲਰਸ਼ਿਪ ਕੋਲ ਜਾਂਦੇ ਹੋ, ਪੈਸੇ ਦਿੰਦੇ ਹੋ, ਡੀਲਰ ਤੁਹਾਨੂੰ ਬ੍ਰੈਂਡ ਨਿਊ ਕਾਰ ਦੇ ਦਿੰਦਾ। ਪਰ ਫਰਾਰੀ 'ਚ ਇਹ ਚੀਜ਼ ਨਹੀਂ ਹੁੰਦੀ। ਓਕੇ, ਤੁਸੀਂ ਕਦੇ ਵੀ ਤੁਹਾਨੂੰ ਡੀਲਰ ਦੇ ਵਿੱਚ ਜਾ ਕੇ ਤੁਹਾਨੂੰ ਬ੍ਰੈਂਡ ਨਿਊ ਫਰਾਰੀ ਨਹੀਂ ਕਦੇ ਮਿਲੇਗੀ। ਜਿਹੜੀ ਵੀ ਕਾਰ ਤੁਹਾਨੂੰ ਉੱਥੇ ਮਿਲੇਗੀ ਡੀਲਰ ਦੇ ਵਿੱਚ ਜਾ ਕੇ, ਜਿੰਨੇ ਮਰਜ਼ੀ ਅਸੀਂ ਪੈਸੇ ਉਹਨੂੰ ਦੇ ਦਈਏ, ਉਹ ਕਿਸੇ ਦੀ ਹੋਰ ਦੀ ਬਣੀ ਹੋਈ ਕਾਰ ਨੂੰ ਅਸੀਂ ਖਰੀਦ ਰਹੇ ਹਾਂ। ਚਾਹੇ ਉਹ ਕਾਰ ਦੇ ਉੱਪਰ 100 ਕਿਲੋਮੀਟਰ ਹੀ ਹੋਣ, ਚਾਹੇ ਬੰਦੇ ਨੇ ਨਾਮ ਹੀ ਚਲਾਈ ਹੋਵੇ, ਪਰ ਉਹ ਕਿਸੇ ਹੋਰ ਨੇ ਡਿਜ਼ਾਈਨ ਕੀਤੀ ਸੀ, ਕਿਸੇ ਹੋਰ ਦੇ ਨਾਮ ਤੇ ਕਾਰ ਇੱਥੇ ਕੈਨੇਡਾ ਪਹੁੰਚੀ ਸੀ ਤੇ ਅਸੀਂ ਉੱਥੇ ਜਾ ਕੇ ਕਾਰ ਖਰੀਦ ਲਈ। ਪਰ ਜਿਹੜੀ ਵੀ ਨਵੀਂ ਕਾਰ ਹੁੰਦੀ ਹੈ ਫਰਾਰੀ ਦੀ, ਹਮੇਸ਼ਾ ਤੁਹਾਨੂੰ ਆਰਡਰ ਕਰਨੀ ਪੈਂਦੀ ਹੈ, ਫਿਰ ਤੁਹਾਨੂੰ ਫਰਾਰੀ ਬੁਲਾਉਂਦੀ ਹੈ ਡਿਜ਼ਾਈਨ ਵਾਸਤੇ, ਤੁਹਾਨੂੰ ਫਿਰ ਡਿਜ਼ਾਈਨ ਦਾ ਦੇਣਾ ਆਉਂਦਾ, ਤੁਸੀਂ ਉਹਨੂੰ ਕਾਰ ਨੂੰ ਡਿਜ਼ਾਈਨ ਕਰਦੇ ਹੋ, ਹੈ ਤੁਹਾਨੂੰ ਕਿੱਦਾਂ ਦਾ ਲੈਦਰ ਚਾਹੀਦਾ, ਕਿੱਦਾਂ ਦੀ ਸਟਿਚਿੰਗ ਚਾਹੀਦੀ ਹੈ, ਕਿੱਦਾਂ ਦੀ ਬੈਲਟ ਚਾਹੀਦੀ ਹੈ, ਕਿੱਦਾਂ ਦਾ ਪੇਂਟ ਚਾਹੀਦਾ ਹੈ, ਤੇ ਉਹ ਜੋ ਰਿਕੁਐਸਟ ਤੁਸੀਂ ਪਾਉਂਦੇ ਹੋ, ਉਸ ਤੋਂ ਬਾਅਦ ਫਰਾਰੀ ਤੁਹਾਨੂੰ ਫਿਰ ਦੱਸਦੀ ਹੈ ਵੀ ਤੁਹਾਡੀ ਕਾਰ ਸਾਲ ਦੇ ਵਿੱਚ ਆਏਗੀ, 1.5 ਸਾਲ ਦੇ ਵਿੱਚ ਆਏਗੀ। ਓਕੇ, ਤੇ ਇਹ ਹੁਣ ਜਿਹੜਾ ਤੁਸੀਂ ਦੱਸ ਰਹੇ ਹੋ ਫਰਾਰੀਆਂ ਦਾ, ਕਿ ਕਿੰਨੀ ਕੁ ਹੁਣ ਅੱਜ ਦੀ ਘੜੀ ਦੇ ਵਿੱਚ ਲਾ ਲਓ, ਜੋ ਹੁਣ 2022 ਦੇ ਵਿੱਚ ਜਾਂ 23 ਦੇ ਵਿੱਚ ਜਾਂ ਪਿਛਲੇ ਸਾਲਾਂ ਦੇ ਵਿੱਚ, ਹੁਣ ਕਿੰਨੀ ਕੁ ਫਰਾਰੀ ਜਿਹੜਾ ਮਤਲਬ ਗੱਡੀਆਂ ਦੀ ਬਣਾਉਂਦੀ ਹੈ? 10,000 ਬਣਾਉਣੀ ਹੈ, 15,000 ਬਣਾਉਂਦੀ ਹੈ, ਕਿੰਨੀ ਕੁ ਬਣਾਉਂਦੀ ਹੈ? ਦੇਖੋ, ਲਗਭਗ ਉੱਕਾ ਪੁੱਕਾ ਇਸ ਵੇਲੇ ਫਰਾਰੀ 10,000 ਦੇ ਕਰੀਬ ਕਾਰਾਂ ਬਣਾਉਂਦੀ ਹੈ ਜੀ, ਤੇ ਇਹ ਤੋਂ ਜ਼ਿਆਦਾ ਉਹਨਾਂ ਦੀ ਕਪੈਸਿਟੀ ਨਹੀਂ ਹੈਗੀ। ਠੀਕ ਹੈ, ਮੈਂ ਫੈਕਟਰੀ ਟੂਰ ਕੀਤਾ ਹੋਇਆ, ਉੱਥੇ ਹੀ ਜਿੱਥੇ ਫੈਕਟਰੀ 75 ਸਾਲ ਪਹਿਲਾਂ ਬਣਾਈ ਸੀ, ਉਹਨੂੰ ਹੀ ਥੋੜਾ ਐਕਸਪੈਂਡ ਕਰੀ ਜਾ ਰਹੇ ਨੇ। ਇਹ ਹੁਣ ਕਿੱਥੇ ਹੈ ਫਰਾਰੀ? ਮੈਰਾਨੈਲੋ, ਇਟਲੀ ਦੇ ਵਿੱਚ। ਇਟਲੀ ਦੇ ਵਿੱਚ, ਹਾਂਜੀ, ਉਹਦੇ ਸ਼ਹਿਰ ਦਾ ਨਾਮ ਹੈਗਾ ਮੈਰਾਨੈਲੋ, ਤੇ ਮੈਰਾਨੈਲੋ ਦੇ ਵਿੱਚ ਫੈਕਟਰੀ ਹੈ, ਤੇ ਫੈਕਟਰੀ 'ਚ ਟੂਰ ਜਾ ਕੇ ਦੇਖ ਕੇ ਆਓਗੇ ਤੁਸੀਂ, ਉਹਨਾਂ ਦੀ ਕਪੈਸਿਟੀ ਨਹੀਂ ਹੈਗੀ ਉਹ ਮਿਲੀਅਨਸ ਬਣਾ ਸਕਣ, ਤੇ ਬਣਾਉਣਾ ਵੀ ਨਹੀਂ ਚਾਹੁੰਦੇ ਜੀ। ਕਿਉਂਕਿ ਜੇ ਤੁਸੀਂ ਉਹਨਾਂ ਮਾਰਜਨਸ ਦੇਖੋ, ਹਰ ਕਾਰ ਦੇ ਵਿੱਚੋਂ ਫਰਾਰੀ ਨੂੰ ਨੈਟ ਜੋ ਕਾਰ ਵੇਚਦੇ ਨੇ, ਘੱਟੋ ਘੱਟ $1 ਤੋਂ $1.5 ਲੱਖ ਦਾ ਨੈਟ ਪ੍ਰੋਫਿਟ ਹੁੰਦਾ, ਸਾਰੇ ਖਰਚੇ ਕੱਢ ਕੇ। ਠੀਕ ਹੈ। ਤੇ ਡਾਕਟਰ ਸਾਹਿਬ, ਹੁਣ ਸਾਨੂੰ ਇਹ ਦੱਸੋ ਵੀ ਇਹ ਬਲੂ ਕਲਰ ਦੀ ਕਾਰ ਹੈ, ਇੱਕ ਰੈੱਡ ਦੀ ਹੈ, ਇਹਨਾਂ ਦੇ ਵਿੱਚ ਕੀ ਵਿਸ਼ੇਸ਼ ਹੈ ਤੇ ਇਹ ਵੱਖਰੀ ਕਿਉਂ ਆ, ਜਿਹਦਾ ਅੱਜ ਆਪਾਂ ਸਪੈਸ਼ਲੀ ਇਹਦੇ ਨਾਲ ਆਪਾਂ ਮਤਲਬ ਇਸ ਗੱਡੀ ਨਾਲ ਗੱਲਾਂ ਕਰਨੀਆਂ, ਤੇ ਇਹ ਵੱਖਰੀ ਕਿਉਂ ਆਗੀ, ਤੇ ਥੋੜਾ ਸਾਨੂੰ ਉਹਦੇ ਬਾਰੇ ਵੀ ਦੱਸੋ ਪਹਿਲਾਂ। ਹਾਂਜੀ, ਦੇਖੋ, ਇੱਕ ਕਾਰ ਬਣਾਈ ਫਰਾਰੀ ਨਾ ਹਮੇਸ਼ਾ 4-5 ਸਾਲ ਦੇ ਮਾਡਲ ਬਣਾਉਂਦੀ ਹੈ, ਤੇ ਜਿਹੜੇ ਮਾਡਲ ਹੁੰਦੇ ਉਹਨਾਂ ਦੀ ਇੱਕ ਨੰਬਰ ਪ੍ਰੋਡਕਸ਼ਨ ਹੁੰਦੀ ਹੈ, ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਇਸ ਮਾਡਲ ਦੇ 2000 ਪੀਸ ਬਣਾਉਣੇ ਨੇ, 4000 ਪੀਸ ਬਣਾਉਣੇ ਨੇ। ਜੇ ਸਪੋਜ਼ ਕਰੋ 10,000 ਬਣਾਉਣੇ ਨੇ ਉਹਨਾਂ ਨੇ, 10,000 ਦੇ ਵਿੱਚ ਉਹਨਾਂ ਨੂੰ ਪਤਾ ਵੀ 1000 ਇਸ ਮਾਡਲ ਦਾ ਹੋਊਗਾ, 500 ਇਸ ਮਾਡਲ ਦਾ ਹੋਊਗਾ, 5000 ਇਸ ਮਾਡਲ ਦੇ ਹੋਣਗੇ, ਉਹ ਸਿਲੈਕਟ ਹੁੰਦਾ ਉਹਨਾਂ ਦਾ ਨੰਬਰ ਕੀਤਾ ਹੋਇਆ। ਤੇ ਏਦਾਂ ਹੀ ਫਰਾਰੀ ਦੇ ਹਰ 3-4 ਸਾਲ ਬਾਅਦ ਉਹਨੂੰ ਨਵਾਂ ਮਾਡਲ ਲੈ ਕੇ ਆ ਜਾਂਦੇ ਨੇ, ਤੇ ਉਹ ਅਪਡੇਟ ਕਰਦੇ ਨੇ। ਉਹ ਐਵੇਂ ਨਹੀਂ ਕਰਦੇ ਹੈਗੇ ਜਿਵੇਂ ਤੁਸੀਂ ਵੀ ਸੋਚਿਆ ਵੀ ਕਰੋਲਾ ਹੈਗੀ ਆ, ਤੇ ਜੀ ਕਰੋਲਾ ਮੇਰੇ ਕੋਲ 2000 ਪੁਰਾਣੀ ਮਾਡਲ ਵੀ ਸੀਗਾ, ਤੇ ਮੇਰੇ ਕੋਲ 2022 ਦਾ ਮਾਡਲ ਕਰੋਲਾ ਦਾ ਹੀ ਹੈਗਾ। ਫਰਾਰੀ ਚ ਇਹ ਚੀਜ਼ ਨਹੀਂ ਹੁੰਦੀ। ਓਕੇ, ਟੋਟਲੀ ਡਿਫਰੈਂਟ। ਹਾਂ, ਜੇ ਕਰੋਲਾ ਤੋਂ 4 ਸਾਲ ਕਰੋਲਾ ਹੀ ਬਣੂਗੀ, ਦੁਬਾਰਾ ਕਰੋਲਾ ਨਹੀਂ ਬਣਨੀ। ਹੁਣ ਦੁਬਾਰਾ ਜਿਹੜੀ ਕਾਰ ਬਣੂਗੀ ਜੇ ਹੋਰ ਨਾਮ ਹੋਊਗਾ, ਕਰੋਨਾ ਰੱਖ ਲਓ, ਤੁਸੀਂ ਕਰਾਊਨ ਰੱਖ ਲਓ, ਜੋ ਮਰਜ਼ੀ ਰੱਖ ਲਓ, ਪਰ ਕਰੋਲਾ ਨਹੀਂ ਬਣੂਗੀ ਜ਼ਿੰਦਗੀ ਵਿੱਚ ਦੁਬਾਰਾ। ਸੋ ਫਰਾਰੀ ਦੀ ਬੜੀ ਸਪੈਸ਼ਲਿਟੀ ਆ ਉਹਨਾਂ ਦੀ। ਸੋ ਉਹਨਾਂ ਨੇ ਕਾਰ ਬਣਾਈ ਸੀ, ਉਹਦਾ ਨਾਮ ਰੱਖਿਆ 488। ਉਹ ਜੇ ਕਾਰ ਸੀਗੇ, 8 ਸਿਲੰਡਰ ਸੀਗੇ, ਤੇ 650 ਤੋਂ ਉੱਪਰ ਹਾਰਸ ਪਾਵਰ ਹੈ, ਤੇ ਉਹ ਕਾਰ ਉਹਨਾਂ ਨੇ ਕਾਫੀ ਪ੍ਰੋਡਿਊਸ ਕੀਤੀ। ਤੇ ਅੱਜ ਕੱਲ ਦੇਖੋਗੇ ਕਾਰਾਂ ਇਲੈਕਟ੍ਰੀਫਿਕੇਸ਼ਨ ਵਾਲੇ ਪਾਸੇ ਜਾ ਰਹੀਆਂ ਨੇ, ਹਾਈਬ੍ਰਿਡ ਵਾਲੇ ਪਾਸੇ ਜਾ ਰਹੀਆਂ ਨੇ। ਤੇ ਇੱਕ ਜਿਹੜਾ 8 ਸਿਲੰਡਰ ਦੀ ਜਿਹੜੀ ਕਾਰ ਸੀਗੀ, ਕਿਉਂ ਫਰਾਰੀ ਇਜ਼ ਨੋਨ ਫॉर V12 ਸਿਲੰਡਰ ਹੈ ਨਾ, ਫਿਰ 8 ਸਿਲੰਡਰ ਬਣਾਉਣੇ ਸ਼ੁਰੂ ਕੀਤੇ ਉਹਨਾਂ ਨੇ, ਡਿਮਾਂਡ ਜਦੋਂ ਆਈ। ਤੇ ਜਦੋਂ ਉਹਨਾਂ ਨੇ ਦੇਖਿਆ ਵੀ ਹੁਣ ਐਂਡ ਆਫ ਏਰਾ ਆ ਰਿਹਾ, ਤੇ ਜਦੋਂ ਵੀ ਕੋਈ ਸਪੈਸ਼ਲ ਹਿਸਟੋਰਿਕ ਕਾਰ ਦਾ ਜਿਹੜਾ ਹੁੰਦਾ ਪੀਰੀਅਡ ਹੁੰਦਾ ਪ੍ਰੋਡਕਸ਼ਨ ਦਾ, ਜਦੋਂ ਐਂਡ ਹੁੰਦੀ ਹੈ, ਤੇ ਉਦੋਂ ਫਰਾਰੀ ਇੱਕ ਸਪੈਸ਼ਲ ਮਾਡਲ ਲੈ ਕੇ ਆਉਂਦੀ ਹੈ। ਉਹ ਹਰ ਵਾਰ ਨਹੀਂ ਕਰਦੀ, ਹਰ ਸਾਲ ਨਹੀਂ ਕਰਦੀ, ਹਰ ਮਾਡਲ ਦੇ ਨਾਲ ਨਹੀਂ ਕਰਦੀ। ਜਦੋਂ ਹਿਸਟੋਰੀਕਲ ਸਿਗਨੀਫੀਕੈਂਸ ਹੁੰਦਾ ਉਹਨਾਂ ਦਾ, ਜਿਸ ਚ ਅਸੀਂ ਪ੍ਰਾਊਡ ਸੀਗੇ। ਤੇ ਜਦੋਂ ਉਹਨਾਂ ਨੇ 488 ਨੂੰ ਖਤਮ ਕੀਤੀ ਪ੍ਰੋਡਕਸ਼ਨ, ਉਹਦੀ ਅਨਾਉਂਸ ਕੀਤਾ ਵੀ ਸਾਲ ਬਾਅਦ ਇਹਦੀ ਪ੍ਰੋਡਕਸ਼ਨ ਬੰਦ ਕਰ ਦਾਂਗੇ, ਕਿਉਂਕਿ ਫਰਾਰੀ ਦੀ ਆਰਡਰ ਸ਼ੀਟ 2 ਸਾਲ ਪਹਿਲਾਂ ਹੀ ਫੁੱਲ ਹੋ ਜਾਂਦੀ ਹੈ। ਓਕੇ, ਹਾਂ, ਜੇ ਅੱਜ ਫਰਾਰੀ ਤੋਂ ਆਰਡਰ ਕਰੋਗੇ ਤਾਂ ਉਹਦੀ ਅੱਜ ਤੁਸੀਂ ਆਰਡਰ ਕਰ ਨਹੀਂ ਸਕਦੇ, 2 ਸਾਲ ਦੀ ਪ੍ਰੋਡਕਸ਼ਨ ਸੋਲਡ ਆਊਟ ਹੈ। ਬ੍ਰਾਂਡ ਨਿਊ ਫਰਾਰੀ ਤੁਸੀਂ ਕਹੋ ਜੀ ਮੈਂ 2 ਸਾਲ ਵੇਟ ਕਰ ਲੈਣਾ, ਉਹ ਭਾਈ ਕਹਿੰਦੇ 2 ਸਾਲ ਦੀ ਪ੍ਰੋਡਕਸ਼ਨ ਪ੍ਰੋਡਿਊਸ ਹੋਣੀ ਹੈ ਕਾਰ, 2 ਸਾਲਾਂ ਬਾਅਦ ਵੀ ਸੋਲਡ ਆਊਟ ਹੈ, ਤੇ ਉਹ ਤੋਂ ਬਾਅਦ ਹੀ ਤੁਸੀਂ ਪ੍ਰੋਡਕਸ਼ਨ ਲਾਈਨ ਤੁਸੀਂ ਆ ਸਕਦੇ ਹੋ। ਤੇ ਇਹ ਜਦੋਂ ਇਹਨਾਂ ਨੇ ਅਨਾਉਂਸ ਕੀਤਾ ਵੀ ਅਸੀਂ ਇਹ 488 ਦੀ ਪ੍ਰੋਡਕਸ਼ਨ ਬੰਦ ਕਰ ਰਹੇ ਹਾਂ, ਤੇ ਉਹ ਤੋਂ 2 ਸਾਲ ਪਹਿਲਾਂ ਉਹਨਾਂ ਨੇ ਕਿਹਾ ਵੀ ਅਸੀਂ ਡੈਡੀਕੇਟ ਕਰਾਂਗੇ ਐਜ਼ ਅ ਟ੍ਰਿਬਿਊਟ, ਸਾਡੀ ਹਿਸਟਰੀ ਅਸੀਂ ਪ੍ਰਾਊਡ ਆ, ਤਾਂ ਇੱਕ ਸਪੈਸ਼ਲ ਸੀਰੀਜ਼ ਕਾਰ ਕੱਢਾਂਗੇ। ਤੇ ਜਿਹੜੀਆਂ ਵੀ ਇਤਿਹਾਸ ਦੇ ਵਿੱਚ ਫਰਾਰੀ ਦੇ ਇਤਿਹਾਸ ਵਿੱਚ ਜਿੰਨੀਆਂ ਵੀ ਸਪੈਸ਼ਲ ਸੀਰੀਜ਼ ਕਾਰਾਂ ਬਣੀਆਂ ਨੇ, ਉਹ ਸਾਰੀਆਂ ਕਾਰਾਂ ਹਮੇਸ਼ਾ ਬਹੁਤ ਲਿਮਿਟਡ ਪ੍ਰੋਡਕਸ਼ਨ ਦੇ ਵਿੱਚ ਹੁੰਦੀਆਂ ਨੇ, ਤੇ ਬਹੁਤ ਜ਼ਿਆਦਾ ਡਿਮਾਂਡ ਉਹਨਾਂ ਦੀ ਹੁੰਦੀ ਹੈ, ਤੇ ਉਹਨਾਂ ਕਾਰਾਂ ਦੇ ਮੁੱਲ ਹਮੇਸ਼ਾ ਵੱਧਦੇ ਨੇ। ਉਹ ਫਰਾਰੀ ਨੂੰ ਵੀ ਪਤਾ ਇਸ ਚੀਜ਼ ਦੇ ਬਾਰੇ, ਤੇ ਕਿਉਂਕਿ ਉਹ ਬਣਦੀਆਂ ਹੀ ਕੁਝ ਲੋਕਾਂ ਦੇ ਆਸਤੇ ਨੇ,
ਤੇ ਉਹਨਾਂ ਦੇ ਵਿੱਚੋਂ ਇੱਕ ਸਾਨੂੰ ਵੀ ਆਨਰ ਮਿਲਿਆ ਇਹ ਜੀ ਕਾਰ ਹਾਸਲ ਕਰਨ ਦਾ। ਉਹ ਲਾਲ ਕਾਰ ਉਹ ਹੈ ਜਿਹੜੀ ਸਪੈਸ਼ਲ ਸੀਰੀਜ਼ ਕਾਰ ਹੈ, ਇਹਨੂੰ ਅਸੀਂ ਪੀਸਤਾ ਕਹਿੰਦੇ ਆ। ਇਹਦਾ ਨਾਮ ਰੱਖਿਆ ਮਾਡਲ ਨੇ 488 ਪੀਸਤਾ। ਓਕੇ 488 ਪੀਸਤਾ, ਉਹ 488 ਸੀਗੀ ਤੇ 488 ਪੀਸਤਾ ਇੱਧਰ ਆ ਗਈ। ਓਕੇ ਹੈ ਨਾ। ਤੇ ਪੀਸਤਾ ਦਾ ਮਤਲਬ ਹੁੰਦਾ ਜੀ ਟਰੈਕ, ਰੇਸ ਟਰੈਕ। ਤੇ ਆਪਾਂ ਪੀਸਤਾ ਦਾ ਖਾਣਾ ਦਾ ਪੀਸਤਾ ਕਹਿ ਦਿੰਦੇ ਆ ਪੰਜਾਬੀ ਚ। ਹੁਣ ਤੁਸੀਂ ਸੌਰੀ ਮੈਂ ਤੁਹਾਨੂੰ ਵਿੱਚ ਟੋਕਿਆ, ਹੁਣ ਤੁਸੀਂ ਇਹ ਦੱਸ ਰਹੇ ਸੀ ਕਿ ਵੀ ਇਹ ਇੰਨੀਆਂ ਕਾਰਾਂ ਬਣਾਉਣੀਆਂ ਸੀ, ਉਹਦੇ ਲਈ ਉਹਨਾਂ ਨੇ ਪਹਿਲਾਂ ਤਾਂ ਸਿਲੈਕਟ ਕੀਤੇ ਕਿ ਕਿੰਨੇ ਇੱਕ ਬੰਦਿਆਂ ਨੂੰ ਅਸੀਂ ਦੇਣੀ ਆ, ਤੇ ਉਸ ਤੋਂ ਬਾਅਦ ਫਿਰ ਇੱਕ ਆਫਰ ਅੱਗੇ ਆਉਂਦੀ ਹੈ ਕਿ ਜੇ ਤੁਸੀਂ ਐਵਰੇਜ ਕਹ ਲਓ ਵੀ 300 ਬੰਦਾ ਉਹਨਾਂ ਨੇ ਸਿਲੈਕਟ ਕੀਤਾ, 300 ਦੇ ਵਿੱਚੋਂ ਇੱਕ ਬੰਦਾ ਇਹੋ ਜਿਹਾ ਸੀਗਾ ਜਿਹਨੂੰ ਪੇਂਟ ਦੀ ਵੀ ਉਹਨਾਂ ਨੇ ਆਪਸ਼ਨ ਦੇਤੀ ਕਿ ਤੁਸੀਂ ਆਪਣੇ ਨਾਮ ਤੇ ਰੱਖ ਸਕਦੇ ਹੋ। ਤੇ ਇਹ ਸਿਸਟਮ ਜਿਹੜਾ ਹੈ ਵੀ ਕਿ ਇਹ 300 ਹੀ ਕਿਉਂ ਸਿਲੈਕਟ ਕਰਦੇ ਆ, ਤੇ ਉਸ ਤੋਂ ਬਾਅਦ ਫਿਰ ਇੱਕ ਬੰਦੇ ਨੂੰ ਕਿਉਂ ਸਿਲੈਕਟ ਕਰਦੇ ਆ? ਤੇ ਕਿਉਂਕਿ ਚਲੋ ਜੇ ਆਪਾਂ ਕਰਦੇ ਆ ਗੱਲ ਕਿ ਕੋਈ ਤੁਸੀਂ ਦਾ ਵੱਧ ਪੇ ਕਰ ਦਿੱਤਾ, ਇਦਾਂ ਤਾਂ ਦੁਨੀਆ ਦੇ ਮੈਨੂੰ ਲੱਗਦਾ ਬਹੁਤ ਸਾਰੇ ਰਿਚ ਬੰਦੇ ਹੈਗੇ ਆ ਜਿਹੜੇ ਕੋਈ ਵੀ ਕੀਮਤ ਦੇ ਸਕਦੇ ਆ, ਪਰ ਇਹ ਤੁਹਾਡੇ ਕੋਲ ਕਿਉਂ ਕਿਸ ਤਰ੍ਹਾਂ ਹੈ? ਇਹ ਫਰਾਰੀ ਦਾ ਉਹਨਾਂ ਦਾ ਯੂਨੀਕ, ਉਹਨਾਂ ਦਾ ਇੱਕ ਕਹਿ ਲਓ ਜ਼ਿੱਦ ਆ ਉਹਨਾਂ ਦੀ, ਇੱਕ ਮਾਣ ਕਰਦੇ ਨੇ ਉਹ ਉਹਨੂੰ ਹੀ ਗਿਫਟ ਦੇਣਾ ਚਾਹੁੰਦੇ। ਗਿਫਟ ਨੇ ਜੋ ਫਰਾਰੀ ਸਪੈਸ਼ਲ ਕਾਰ ਕਿਸੇ ਨੂੰ ਦਿੰਦੀ ਆ, ਉਹ ਗਿਫਟ ਨੇ ਜੀ। ਤੇ ਉਹ ਗਿਫਟ ਉਹਨਾਂ ਨੂੰ ਦੇਣਾ ਚਾਹੁੰਦੇ ਨੇ ਜਿਹੜੇ ਉਹਨਾਂ ਦੇ ਪਸੰਦ ਦੇ ਲੋਕ ਨੇ, ਲਾਇਲ ਨੇ, ਜਾਂ ਜਿਹੜੇ ਉਹਨਾਂ ਦੇ ਬ੍ਰਾਂਡ ਦੀ ਇੱਜ਼ਤ ਵਧਾਉਣਗੇ ਤੇ ਬ੍ਰਾਂਡ ਨੂੰ ਥੱਲੇ ਨਹੀਂ ਕਰਨਗੇ। ਠੀਕ ਹੈ। ਤੇ ਉਹਨਾਂ ਦੀ ਬੜੀ ਵੱਡੀ ਟੀਮ ਹੈ ਜਿਹੜੀ ਰਿਸਰਚ ਕਰਦੀ ਹੈ, ਹਰ ਇਨਸਾਨ ਦੇ ਬਾਰੇ ਰਿਸਰਚ ਕਰਦੀ ਹੈ। ਇਨਸਾਨ ਜਿਹੜਾ ਆਰਡਰ ਕਰ ਰਿਹਾ ਨਵੀਂ ਫਰਾਰੀ, ਇਹਦੀ ਕੀ ਬੈਕਗ੍ਰਾਉਂਡ ਹੈ, ਕੀ ਕੰਮ ਕਰਦਾ ਹੈ, ਇਹਦੇ ਪਰਿਵਾਰ ਦੇ ਕੀ ਰਿਸ਼ਤੇਦਾਰ ਨੇ, ਕਿੱਥੇ ਕੰਮ ਕਰਦੇ ਨੇ, ਕਿੱਥੇ ਨਹੀਂ ਜਾਂਦੇ, ਤੇ ਉਹ ਹਰ ਚੀਜ਼ ਰਿਸਰਚ ਕਰਨ ਤੋਂ ਬਾਅਦ ਹੀ ਫਰਾਰੀ ਤੁਹਾਨੂੰ ਐਲੋਕੇਟ ਕਰਦੀ ਹੈ ਕੋਈ ਨਾ ਕੋਈ ਕਾਰ ਜੀ। ਤੇ ਸਾਨੂੰ ਮਾਣ ਮਿਲਿਆ, ਅਸੀਂ ਐਲੀਜੀਬਲ ਨਹੀਂ ਸੀਗੇ ਸਪੈਸ਼ਲ ਕਾਰ ਵਾਸਤੇ ਜੀ, ਤੇ ਸਾਨੂੰ ਮਾਣ ਦਿੱਤਾ ਫਰਾਰੀ ਨੇ। ਉਹਨਾਂ ਨੇ ਕਿਹਾ ਵੀ ਸਾਨੂੰ ਤੁਸੀਂ ਜਿਹੜੀ ਸਪੈਸ਼ਲ ਕਾਰ ਅਸੀਂ ਕੱਢ ਰਹੇ ਹਾਂ ਉਹਦੇ ਲਗਭਗ 3000 ਮਾਡਲ ਬਣਨਗੇ, ਜਿਵੇਂ ਪੀਸਾ ਦੇ ਲਗਭਗ 3000 ਮਾਡਲ ਬਣਨਗੇ, ਤੇ ਉਹਨਾਂ ਦੇ ਵਿੱਚ ਤੁਹਾਨੂੰ ਅਸੀਂ ਇੱਕ ਮਾਡਲ ਦੇਵਾਂਗੇ। ਅਲਬਰਟਾ ਸੂਬੇ ਦੇ ਵਿੱਚ, ਅਲਬਰਟਾ, ਸਸਕੈਚੂਅਨ, ਮੈਨੀਟੋਬਾ ਦੇ ਵਿੱਚ ਇਹ ਜੇ ਹਿਸਾਬ ਨਾਲ ਮੇਰੇ ਅਨੁਸਾਰ ਸ਼ਾਇਦ 10 ਕੇ 12 ਲੋਕਾਂ ਨੂੰ ਇਹ ਜਿਹੀਆਂ ਆਫਰਸ ਆਈਆਂ ਹੈ, ਮਿਲੀਆਂ। ਉਹਨਾਂ ਦੇ ਵਿੱਚ ਅਸੀਂ ਵੀ ਇੱਕ ਸੀਗੇ। ਤੇ ਉਹ ਜਿਹੜੀ ਸਪੈਸ਼ਲ ਕਾਰ ਹੈ ਤੁਹਾਨੂੰ ਤੁਸੀਂ ਮੰਗਦੇ ਹੋ, ਰਿਕੁਐਸਟ ਕਰ ਸਕਦੇ ਹੋ, ਫਰਾਰੀ ਦੇਊਗੀ, ਤੁਹਾਨੂੰ ਦੇਊਗੀ। ਹੈ ਤੁਸੀਂ ਇਹ ਨਹੀਂ ਕਹਿ ਸਕਦੇ ਮੇਰੇ ਕੋਲ ਬੜੇ ਪੈਸੇ ਨੇ, ਹੈ ਮੈਂ ਕਹਿੰਦੇ ਨੇ ਬਿਲੀਅਨਰ ਬਹੁਤ ਵੱਡਾ ਹੋ ਸਕਦਾ, ਪਰ ਫਰਾਰੀ ਅੱਗੇ ਮੈਂ ਕੁਝ ਨਹੀਂ। ਫਰਾਰੀ ਅੱਗੇ ਇੱਕ ਪੈਸ਼ਨ ਬਹੁਤ ਜ਼ਰੂਰੀ ਹੈ। ਤੁਸੀਂ ਉਹਨਾਂ ਦੀ ਇੱਜ਼ਤ ਕਿੰਨੀ ਕਰਦੇ ਹੋ, ਤੁਸੀਂ ਉਹਨਾਂ ਦੇ ਜਿਹੜਾ ਕਾਰ ਹੈ ਉਹਦੀ ਤੁਸੀਂ ਕਿੰਨੀ ਇੱਜ਼ਤ ਕਰਦੇ ਹੋ, ਉਹਦੀ ਬ੍ਰਾਂਡ ਦੀ ਕਿੰਨੀ ਇੱਜ਼ਤ ਕਰਦੇ ਹੋ, ਤੇ ਤੁਸੀਂ ਕਿੰਨੇ ਲਾਇਲ ਹੋ, ਕਿੰਨੇ ਤੁਸੀਂ ਵਫਾਦਾਰ ਹੋ। ਲਾਇਲਟੀ ਚੈੱਕ ਹੁੰਦੀ ਜ਼ਰੂਰ, ਸਭ ਕੁਝ ਚੈੱਕ ਕੀਤਾ ਜਾਂਦਾ ਫਰਾਰੀ ਦਾ। ਐਵੇਂ ਤੁਹਾਨੂੰ ਫਰਾਰੀ ਕਿੰਨੀ ਦਿੰਦੀ ਕਾਰ ਕਦੇ ਵੀ ਕੋਈ। ਕਈ ਵੱਡੇ ਸੈਲੀਬ੍ਰਿਟੀਜ਼ ਨੇ, ਉਹਨਾਂ ਨੂੰ ਬੈਨ ਕਰ ਦਿੱਤਾ ਗਿਆ, ਕਾਰਾਂ ਨਹੀਂ ਲੈ ਸਕਦੇ। ਹਾਂ, ਜਸਟਿਨ ਬੀਬਰ ਹੈ, ਬੜਾ ਸਿੰਗਰ ਹੈ, ਇਹ ਬੈਨ ਹੈ, ਉਹਨੂੰ ਫਰਾਰੀ ਨਹੀਂ ਮਿਲ ਸਕਦੀ, ਉਹ ਆਰਡਰ ਨਹੀਂ ਕਰ ਸਕਦਾ। ਕਾਰਡੇਸ਼ੀਅਨ ਫੈਮਿਲੀਜ਼ ਨੇ ਅਮਰੀਕਾ ਤੋਂ, ਸੈਲੀਬ੍ਰਿਟੀਜ਼ ਨੇ, ਉਹ ਨਹੀਂ ਕਰ ਸਕਦੇ। ਬੜੀਆਂ ਸੈਲੀਬ੍ਰਿਟੀਜ਼ ਬੈਨ ਕਰ ਦਿੱਤੀਆਂ ਗਈਆਂ ਫਰਾਰੀ ਵੱਲੋਂ, ਬਹੁਤ ਪੈਸੇ ਨੇ ਉਹਨਾਂ ਕੋਲੇ, ਪਰ ਫਰਾਰੀ ਉਹਨੇ ਬੈਨ ਕਰ। ਤੁਸੀਂ ਮਾਰਕੀਟ ਚੋਂ ਕਾਰ ਸੈਕਿੰਡ ਹੈਂਡ ਲੈ ਲਓ, ਤੁਹਾਨੂੰ ਨਵੀਂ ਨਹੀਂ ਮਿਲੇਗੀ ਕਦੇ। ਤੇ ਜਦੋਂ ਫਿਰ ਤੁਹਾਨੂੰ ਇਹ ਆਫਰ ਆਉਂਦੀ ਹੈ, ਤੁਸੀਂ ਉੱਥੇ ਫੈਕਟਰੀ ਦੇ ਵਿੱਚ ਜਾਂਦੇ? ਹਾਂ, ਦੇਖੋ ਅਸੀਂ ਨਾ ਜੋ ਸਾਨੂੰ ਐਲੋਕੇਸ਼ਨ ਮਿਲੀ, ਅਸੀਂ ਬਹੁਤ ਖੁਸ਼ ਸੀਗੇ, ਮੈਂ ਬਹੁਤ ਖੁਸ਼ ਸੀਗਾ ਵੀ ਮੈਨੂੰ ਇਹ ਜਿਹੀ ਐਲੋਕੇਸ਼ਨ ਮਿਲ ਗਈ ਵੀ ਸਪੈਸ਼ਲ ਕਾਰ ਫਰਾਰੀ ਦੀ ਮਿਲ ਰਹੀ ਹੈ। ਸੁਪਨਾ ਹੁੰਦਾ ਇਨਸਾਨ ਦਾ ਵੀ ਯਾਰ ਇਹ ਸਪੈਸ਼ਲ ਕਾਰਾਂ ਵੀ ਕਦੇ ਸਾਰੇ ਸੁਪਨੇ ਚ ਆਉਣਗੀਆਂ, ਕਦੇ ਸਾਨੂੰ ਐਲੋਕੇਸ਼ਨ ਮਿਲਣਗੀਆਂ। ਲੋਟਰੀ ਕਹਿ ਲਓ, ਲੋਟਰੀ ਹੁੰਦੀ ਆ। ਤੇ ਜਦੋਂ ਉਹਨੇ ਦਿੱਤਾ ਤੇ ਉਸ ਤੋਂ ਬਾਅਦ ਫਿਰ ਅਸੀਂ ਬੇਨਤੀ ਪਾਈ, ਅਸੀਂ ਕਿਹਾ ਸਾਨੂੰ ਸ਼ਾਇਦ ਪਰਮਿਸ਼ਨ ਮਿਲ ਜੇ ਟੇਲਰ ਮੇਡ ਪ੍ਰੋਗਰਾਮ ਦੀ। ਫਰਾਰੀ ਦਾ ਇੱਕ ਟੇਲਰ ਮੇਡ ਪ੍ਰੋਗਰਾਮ ਹੁੰਦਾ, ਮਤਲਬ ਟੇਲਰ ਦੇ ਪੋਤੇ ਨੂੰ ਟੇਲਰ ਮੇਡ ਪ੍ਰੋਗਰਾਮ ਮਿਲ ਗਿਆ। ਹਾਂਜੀ, ਤੇ ਫਿਰ ਤਾਂ ਐਂ ਲੱਗਦਾ ਹੁੰਦਾ ਵੀ ਸਾਰਾ ਕੁਝ ਆਪਣੇ ਹੱਥ 'ਚ ਆ ਗਿਆ, ਹੁਣ ਤਾਂ ਵਧਣਾ ਕੰਮ ਸਾਰਾ। ਹਾਂ, ਲੱਗਦਾ ਤਾਂ ਐਵੇਂ ਆ। ਤੇ ਉੱਥੇ ਅਸੀਂ ਮੈਂ ਰਿਕੁਐਸਟ ਬੇਨਤੀ ਪਾਈ ਤੇ ਉਹਨਾਂ ਨੇ ਬੇਨਤੀ ਸਾਡੀ ਐਕਸੈਪਟ ਕੀਤੀ। ਨੈਚੁਰਲੀ ਰਿਸਰਚ ਕੀਤੀ ਹੋਣੀ ਸਾਡੇ ਬਾਰੇ, ਤੇ ਉਹਨਾਂ ਨੇ ਕਿਹਾ ਨਹੀਂ, ਅਸੀਂ ਡਾਕਟਰ ਕਪੂਰ ਨੂੰ ਅਲਾਉ ਕਰਦੇ ਹਾਂ ਵੀ ਉਹ ਸਾਡੀ ਫੈਕਟਰੀ ਆਉਣ। ਤੇ ਦੇਖੋ ਜੋ ਫਰਾਰੀ ਬੁਲਾਉਂਦੀ ਤੁਹਾਨੂੰ ਆਪਣੀ ਫੈਕਟਰੀ ਦੇ ਵਿੱਚ, ਉਹ ਬਹੁਤ ਵੱਡੀ ਅਚੀਵਮੈਂਟ ਹੁੰਦੀ, ਇੱਕ ਮਾਣ ਹੁੰਦਾ, ਉਹ ਹਰ ਇਨਸਾਨ ਨੂੰ ਨਹੀਂ ਦਿੰਦੀ। ਜੇ ਸਪੋਜ਼ ਕਰ ਲਓ 3000 ਬੰਦਿਆਂ ਜਿਹਨਾਂ ਨੇ ਸਪੈਸ਼ਲ ਕਾਰਾਂ ਦਿੱਤੀਆਂ ਉਹਨਾਂ ਦੇ ਵਿੱਚੋਂ ਚੁਣਿੰਦਾ 10% ਲੋਕ ਹੁੰਦੇ ਨੇ ਜਿਨ੍ਹਾਂ ਨੂੰ ਫਰਾਰੀ ਮਾਣ ਦਿੰਦੀ ਹੈ। ਓਕੇ, ਮਤਲਬ ਪਹਿਲੀ ਗੱਲ ਤਾਂ ਦੇਖੋ ਐਲੀਜੀਬਲ ਹੋਣਾ ਬਹੁਤ ਵੱਡੀ ਗੱਲ ਹੈ। ਪਹਿਲੀ ਗੱਲ ਤਾਂ ਵੀ ਫਰਾਰੀ ਤੁਹਾਨੂੰ ਦੇਣੀ ਮਿਲਣੀ ਕਿ ਨਹੀਂ ਮਿਲਣੀ, ਇਹ ਗੱਲ। ਉਸ ਤੋਂ ਬਾਅਦ ਫਿਰ ਇਹ ਸਿਲੈਕਸ਼ਨ ਹੋਣੀ ਹੈ ਕਿ ਕਿਹੜੇ ਬੰਦੇ ਦੇ ਲਈ, ਕਿਹੜੇ ਨੂੰ ਬੰਦੇ ਨੂੰ ਹੈਂਡਮੇਡ ਵਾਲਾ ਜਿਹੜਾ ਕੰਮ ਹੈ, ਟੇਲਰ ਮੇਡ ਬਣਾ ਕੇ ਡਿਜ਼ਾਈਨ ਕਰ ਸਕਦੇ ਹੋ ਗੱਡੀ, ਉਹ ਜਿਹੜਾ ਹੈਗਾ ਬਹੁਤ ਹੀ ਚੁਣਿੰਦੇ ਲੋਕਾਂ ਨੂੰ ਦਿੱਤਾ ਜਾਂਦਾ ਧਰਤੀ ਤੇ ਜੀ। ਹਰ ਇਨਸਾਨ ਨੂੰ ਨਹੀਂ ਮਿਲਦਾ ਹੈ। ਉਹ ਚ ਤੁਹਾਡਾ ਟੂਰ ਵੀ ਹੁੰਦਾ, ਫੈਕਟਰੀ ਦਾ ਟੂਰ ਵੀ, ਤੁਹਾਨੂੰ ਫੈਕਟਰੀ ਵੀ ਦਿਖਾਉਂਦੇ ਨੇ, ਤੁਹਾਨੂੰ ਸਾਰੇ ਖਿਲਾਉਂਦੇ ਨੇ, ਪਿਲਾਉਂਦੇ ਨੇ, ਤੁਹਾਡੀ ਫੈਮਿਲੀ ਨੂੰ ਆਦਰ ਕਰਦੇ ਨੇ, ਤੇ ਬੜੇ ਪ੍ਰਾਊਡ ਲੋਕ ਨੇ। ਇਹ ਸਾਰਾ ਪ੍ਰੋਸੈਸ ਤੁਹਾਡਾ ਉੱਥੇ ਰਹਿ ਕੇ ਕਿੰਨੇ ਕੁ ਦਿਨਾਂ ਦਾ ਤੁਹਾਨੂੰ ਇਹ ਇੱਥੇ? ਦੇਖੋ ਜਿਹੜਾ
ਟੂਰ ਸੀਗਾ ਇਹ ਲਗਭਗ ਅੱਧੇ ਕੁ ਦਿਨ ਦਾ ਹੁੰਦਾ ਪ੍ਰੋਸੈਸ। ਓਕੇ ਵੀ ਤੁਸੀਂ ਜੇ ਫੈਕਟਰੀ ਜਾਣਾ ਹੈ, ਫੈਕਟਰੀ ਤੁਹਾਨੂੰ ਪਰਮਿਸ਼ਨ ਦਿੰਦੀ ਆਉਣ ਦੀ ਜੀ ਹੈ, ਤੇ ਇੱਥੋਂ ਡੀਲਰਸ਼ਿਪ ਤੋਂ ਤੁਹਾਨੂੰ ਪਰ ਇਹ ਅੱਧੇ ਦਿਨ ਦੇ ਵਿੱਚ ਤੁਸੀਂ ਗੱਡੀ ਡਿਜ਼ਾਈਨ ਕਰਿਆ ਹਾਂ ਉਹਦੀ ਵੀ ਕਹਾਣੀ ਹੈ। ਦੇਖੋ ਕਹਾਣੀ ਲੰਬੀ ਚਲੀ ਜਾਏਗੀ। ਸੋ ਜਦੋਂ ਸ਼ਾਰਟ ਸਾਨੂੰ ਦੱਸ ਦਿਓ। ਹਾਂ ਸ਼ੋਰਟ ਦੱਸ ਦਈਏ ਵੀ ਐਕਚੁਅਲੀ ਕੀ ਹੁੰਦਾ ਵੀ ਦੇਖੋ ਜਦੋਂ ਤੁਸੀਂ ਪਹੁੰਚੇ ਫਰਾਰੀ ਫੈਕਟਰੀ ਤਾਂ ਤੁਹਾਨੂੰ ਉਹ ਇੱਕ 2 ਘੰਟੇ ਸਲੋਟ ਮਿਲ ਜਾਂਦਾ ਵੀ ਜਿਹੜੀ ਉਹਨਾਂ ਦੀ ਡਿਜ਼ਾਈਨ ਟੀਮ ਹੈ ਜੀ, ਤੁਸੀਂ ਉਹਨਾਂ ਦੇ ਡਿਜ਼ਾਈਨਰਸ ਨੇ ਫਰਾਰੀ ਦੇ ਫੈਕਟਰੀ ਦੇ ਉੱਥੇ ਲੋਕਲ ਬੈਠੇ ਨੇ, ਤੁਸੀਂ ਉਹਨਾਂ 2 ਘੰਟੇ ਲਗਾ ਕੇ ਤੁਸੀਂ ਕਾਰ ਨੂੰ ਡਿਜ਼ਾਈਨ ਕਰੋਗੇ ਤੇ ਉਸ ਤੋਂ ਬਾਅਦ ਤੁਸੀਂ ਤੁਹਾਡਾ ਟੂਰ ਕਰੋਗੇ 2 ਘੰਟੇ ਦਾ ਤੇ ਨਾਲ ਹੀ ਤੁਸੀਂ ਲੰਚ ਵਗੈਰਾ ਕਰਕੇ ਤੁਸੀਂ ਆਪਣੇ ਮੁਲਕ ਵਾਪਸ ਜਾ ਸਕਦੇ ਹੋ। ਪਰ ਸਾਡੇ ਨਾਲ ਕੀ ਹੋਇਆ ਜਦੋਂ ਅਸੀਂ ਕਾਰ ਡਿਜ਼ਾਈਨ ਕਰ ਰਹੇ ਸੀ ਤੇ ਕਾਰ ਦੇ ਵਿੱਚ ਮੇਰੀ ਵਾਈਫ ਦਾ ਦਿਲ ਸੀਗਾ ਕਾਰ ਥੋੜੀ ਔਰੰਜ ਰੰਗ ਦੀ ਹੋਵੇ, ਮੇਰਾ ਦਿਲ ਸੀਗਾ ਕਾਰ ਲਾਲ ਰੰਗ ਦੀ ਹੋਵੇ ਤੇ ਉਹ ਤੁਸੀਂ ਕਾਰ ਡਿਜ਼ਾਈਨ ਕਰ 2 ਘੰਟੇ ਲਗਾਏ ਅਸੀਂ ਕਿ ਫਰਾਈ 2 ਘੰਟੇ ਦਿੰਦੀ ਹੈ। ਤੁਸੀਂ ਸੋਚੋ ਬਹੁਤ ਵੱਡੀ ਗੱਲ ਹੈ, ਸਾਨੂੰ ਫਰਾਈ ਨੇ ਬੁਲਾਇਆ, ਇਨਵਾਈਟ ਕੀਤਾ, ਉਹ 2 ਘੰਟੇ ਬਹੁਤ ਵੱਡੀ ਗੱਲ ਹੁੰਦੀ ਹੈ। 2 ਘੰਟੇ ਫਰਾਈ ਨੇ ਡਿਜ਼ਾਈਨ ਦੇ ਵਿੱਚ ਦਿੱਤੇ ਆਪਣੇ ਡਿਜ਼ਾਈਨਰਾਂ ਦੇ ਨਾਲ ਵੀ ਤੁਸੀਂ ਇੱਕ ਟੇਲਰ ਸੂਟ ਬਣਾਉਣਾ ਹੈ ਬੜਾ ਵੱਡਾ ਬ੍ਰਾਂਡ ਹੈਗੇ ਹੋ ਵੀ ਤੁਹਾਡੇ ਵਾਸਤੇ ਸਪੈਸ਼ਲ ਸੂਟ ਬਣੂਗਾ ਹੈ ਨਾ, ਤੁਹਾਡੇ ਵਾਸਤੇ ਬੰਦੇ ਟੇਲਰ ਬਿਠਾਤੇ ਅਸੀਂ ਤੁਹਾਡੇ ਵਾਸਤੇ। ਉਹ 2 ਘੰਟੇ ਟਾਈਮ ਹੈ, ਹੁਣ ਦੇਖੋ ਟਾਈਮ ਮਹਿੰਗਾ ਉਹਨਾਂ ਵਾਸਤੇ ਉਹ ਚੀਜ਼ ਹੈ ਤੇ 2 ਘੰਟੇ ਜੋ ਕਾਰ ਬਣੀ ਸਾਡੀ ਉਹ ਕਾਰ ਦੇ ਵਿੱਚ ਨਾ ਮਤਲਬ ਉਹ ਥੋੜੀ ਔਰੰਜ ਟਾਈਪ ਦੀ ਕਾਰ ਬਣ ਗਈ। ਜੇ ਮੇਰੀ ਵਾਈਫ ਚਾਹੁੰਦੇ ਸੀ ਮੈਂ ਵੀ ਥੋੜਾ ਚੁੱਪ ਕਰ ਗਿਆ, ਕਈ ਵਾਰ ਹੁੰਦਾ ਵੀ ਘਰੇ ਤੁਸੀਂ ਕੰਪਰੋਮਾਈਜ਼ ਵੀ ਕਰਨਾ ਜ਼ਰੂਰੀ ਹੁੰਦਾ ਤੇ ਉਹ ਜੋ ਡਿਜ਼ਾਈਨਰ ਸੀ ਉਹਨਾਂ ਨੇ ਭਾਪ ਲਿਆ, ਕਹਿੰਦੇ ਭਈ ਯਾਰ ਡਾਕਟਰ ਸਾਹਿਬ ਖੁਸ਼ ਨਹੀਂ ਲੱਗਦੇ, ਉਹ ਇਟਾਲੀਅਨ ਲੋਕ ਨੇ ਸੀ ਕਿ ਮੈਂ ਕਿਹਾ ਕਹਿੰਦੇ ਕੀ ਗੱਲ, ਮੈਂ ਕਿਹਾ ਯਾਰ ਜਿੱਦਾਂ ਦੀ ਕਾਰ ਬਣੀ ਹੈ ਤਾਂ ਸ਼ਾਇਦ ਮੈਂ ਉੱਥੇ ਡੀਲਰ ਦੇ ਨਾਲ ਬਹਿ ਕੇ ਡਿਜ਼ਾਈਨ ਕਰ ਲੈਂਦਾ ਕੈਲਗਰੀ ਦੇ ਵਿੱਚ ਵੀ ਅਸੀਂ ਆਏ ਨਹੀਂ ਦੂਰ ਵੀ ਮੈਂ ਤਾਂ ਕਾਰ ਇਹ ਜੀ ਦੋ ਵੀ ਜਿਹੜੀ ਦੁਨੀਆ ਉਹਦੀਆਂ ਫੋਟੋਆਂ ਲਵੇ ਕਾਰ ਦੀਆਂ ਤੇ ਕਹਿੰਦੇ ਕਾਫੀ ਪੈਸ਼ਨੇਟ ਗੱਲਾਂ ਹੋਈਆਂ। ਉਸ ਤੋਂ ਬਾਅਦ ਕਹਿੰਦੇ ਤੁਸੀਂ ਐਂ ਕਰੋ ਲੰਚ ਕਰੋ ਉੱਥੇ ਬਹੁਤ ਉਹਨਾਂ ਦਾ ਇੱਕ ਬਹੁਤ ਹਿਸਟੋਰੀਕਲ ਰੈਸਟੋਰੈਂਟ ਹੈਗਾ ਹਾਂ ਜੇ ਫਾਊਂਡਰ ਉੱਥੇ ਜਾ ਕੇ ਲੰਚ ਕਰਦੇ ਹੁੰਦੇ ਜਗ੍ਹਾ ਤੁਸੀਂ ਜਾ ਕੇ ਲੰਚ ਕਰੋ ਤੁਸੀਂ ਸਾਡੇ ਸਾਰੇ ਫਾਊਂਡਰਸ ਦਾ ਰੈਸਟੋਰੈਂਟ ਹੈਗਾ ਤੇ ਉਹ ਤੋਂ ਤੁਸੀਂ ਵਾਪਸ ਆਓਗੇ ਤੁਹਾਡੇ ਅਸੀਂ ਜਿਹੜਾ ਸੈਸ਼ਨ ਹੈਗਾ ਵਧਾ ਦਿੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਸਾਰਾ ਸੈਸ਼ਨ ਸਾਰਾ ਸਾਰੇ ਦਿਨ ਦਾ ਕਰਤਾ। ਅੱਜ ਤੱਕ ਇਤਿਹਾਸ ਦੇ ਵਿੱਚ ਉਹਨਾਂ ਨੇ ਕਦੇ ਨਹੀਂ ਕੀਤਾ ਸੀ ਪਹਿਲਾਂ। 2 ਘੰਟੇ ਤੋਂ ਉੱਪਰ ਕਦੇ ਸਮਾਂ ਨਹੀਂ ਬਤਾਇਆ ਕਿਸੇ ਨੂੰ ਦਿੱਤੇ ਜੀ, ਚਾਹੇ ਤੁਸੀਂ ਜਿਵੇਂ ਸਾਊਦੀ ਕਿੰਗ ਹੋ 2 ਘੰਟੇ ਤੋਂ ਪਹਿਲਾਂ ਕਿਸੇ ਨੂੰ ਸਮਾਂ ਨਹੀਂ ਮਿਲਿਆ। ਉਹਨਾਂ ਸਾਰਾ ਦਿਨ ਸਾਡੇ ਵਾਸਤੇ ਬਲੌਕ ਕਰਤਾ, ਕਹਿੰਦੇ ਜੀ ਤੁਸੀਂ ਜਾਓ ਰੋਟੀ ਖਾ ਕੇ ਆਓ, ਉਸ ਤੋਂ ਬਾਅਦ ਤੁਹਾਨੂੰ ਅਸੀਂ ਇਹੀ ਜੀ ਕਾਰ ਬਣਾ ਕੇ ਦੇਵਾਂਗੇ ਵੀ ਲੋਕ ਸੱਚੀ ਮੁੱਚ ਦੀਆਂ ਫੋਟੋਆਂ ਲੈਣਗੇ ਜੀ। ਤੇ ਉਸ ਤੋਂ ਬਾਅਦ ਜਦੋਂ ਅਸੀਂ ਆਏ ਤੇ ਜਦੋਂ ਉਹਨਾਂ ਨੇ ਫਿਰ ਕਿਹਾ ਸ਼ੁਰੂਆਤ ਕਰਦੇ ਆ ਵੀ ਜਿਹਦੇ ਨਾਲ ਇੱਕ ਪੇਂਟ ਇਹ ਜਿਹਾ ਬਣਾਉਂਦੇ ਆ ਪ੍ਰਪੋਜ਼ ਕਰਦੇ ਆ, ਉਹਨਾਂ ਦੀ ਸੁਜੈਸ਼ਨ ਸੀਗੀ ਵੀ ਇਹ ਜੇ ਪੇਂਟ ਇਹ ਜਿਹਾ ਤੋਂ ਬਣਾਉਂਦੇ ਆ ਜੇ ਪੇਂਟ ਤੁਹਾਡੇ ਵਾਈਫ ਵੀ ਖੁਸ਼ ਹੋ ਜਾਣ ਤੁਸੀਂ ਵੀ ਖੁਸ਼ ਹੋ ਜਾਓ ਤੇ ਅਸੀਂ ਉਹ ਕਿਵੇਂ ਹੋਏਗਾ। ਉਹ ਕਹਿੰਦੇ ਜੇ ਤੁਹਾਡਾ ਖਿਆਲ ਹੋਵੇ ਵੀ ਜਿਹੜਾ ਲਾਲ ਪੇਂਟ ਫਾਈ ਦਾ ਰੋਸੋ ਕੋਰਸਾ ਹੁੰਦਾ ਉਹਨੂੰ ਰੋਸੋ ਕੋਰਸਾ ਕਹਿੰਦੇ ਨੇ ਤੇ ਉਹ ਪੇਂਟ ਦੇ ਵਿੱਚ ਜੇ ਆਪਾਂ 골ਡ ਪਾ ਦਈਏ ਜੋ 골ਡ ਧੁੱਪ ਦੇ ਵਿੱਚ ਚਮਕੇਗਾ ਤੇ ਔਰੰਜ ਟਾਈਪ ਲੱਗੇਗਾ ਤੇ ਉਹ ਦੈਟ ਵਾਸ ਪਹਿਲੀ ਵਾਰ ਮੈਂ ਇਹ ਜਿਹਾ ਗੱਲ ਕੀਤੀ ਸੀ, ਫਰਾਈ ਨੇ ਇਹ ਜਿਹਾ ਪੇਂਟ ਬਣਾਈ ਨਹੀਂ ਸੀ। ਮਤਲਬ ਪਹਿਲਾ ਬੰਦਾ ਸਿਲੈਕਟ ਕਰਨਾ ਫਿਰ 300 ਬੰਦਾ ਉਹਦੇ ਵਿੱਚੋਂ ਫਿਰ ਇੱਕ ਕਿਸੇ ਬੰਦੇ ਨੂੰ ਇਹ ਆਫਰ ਮਿਲਣੀ ਕਿ ਤੁਸੀਂ ਇੱਥੇ ਆਓ, ਪਰ ਫਿਰ ਉਸ ਤੋਂ ਬਾਅਦ ਪੇਂਟ ਦੀ ਆਪਸ਼ਨ ਹਾਂਜੀ ਇਹ ਪੇਂਟ ਦੀ ਆਪਸ਼ਨ ਹਰ ਬੰਦੇ ਨੂੰ ਮਿਲਦੀ ਨਹੀਂ ਮਿਲਦੀ, ਤੁਸੀਂ ਇਹਨੂੰ ਬਾਈ ਨਹੀਂ ਕਰ ਸਕਦੇ, ਤੁਹਾਡੇ ਕੋਲ ਜਿੰਨੇ ਮਰਜ਼ੀ ਪੈਸੇ ਹੋਣ। ਓਕੇ ਹੈ ਫਰਾਰੀ ਦੀ ਜੋ ਚੁਆਇਸ ਸਿਲੈਕਸ਼ਨ ਹੈ ਤੁਸੀਂ ਇੱਕ ਹੁੰਦੀ ਹੈ ਪੇਂਟ ਸਿਲੈਕਸ਼ਨ ਜੋ ਡੀਲਰ ਕੋਲੇ ਹੁੰਦੀ ਹੈ, ਤੁਸੀਂ ਲੋਕਲ ਡੀਲਰ ਕੋਲ ਜਾ ਕੇ ਸਿਲੈਕਟ ਕਰ ਲਓ। ਇੱਕ ਪੇਂਟ ਸਿਲੈਕਸ਼ਨਸ ਹੁੰਦੀਆਂ ਨੇ ਜਾਂ ਕੱਪੜੇ ਦੀਆਂ ਸਿਲੈਕਸ਼ਨ ਲੈਦਰ ਦੀਆਂ ਸਿਲੈਕਸ਼ਨਸ ਉਹ ਟੇਲਰ ਮੇਡ ਦੇ ਪ੍ਰੋਗਰਾਮ ਦੇ ਵਿੱਚ ਹੁੰਦੀਆਂ ਨੇ, ਉਹ ਸਿਰਫ ਫੈਕਟਰੀ ਜਾ ਕੇ ਤੁਹਾਨੂੰ ਮਿਲਣਗੀਆਂ ਠੀਕ ਹੈ। ਹੁਣ ਉਹਨਾਂ ਦੇ ਵਿੱਚੋਂ ਵੀ ਜਿਹੜੇ ਪੇਂਟ ਨੇ ਹੈ ਉਹਨਾਂ ਦੇ ਵਿੱਚੋਂ ਵੀ ਸਾਨੂੰ ਕੋਈ ਪਸੰਦ ਨਹੀਂ ਆਇਆ ਤੇ ਫਰਾਰੀ ਦੀ ਕੋਈ ਸਿਰਦਰਦੀ ਨਹੀਂ ਹੈਗੀ, ਤੁਹਾਡੀ ਮਰਜ਼ੀ ਤੁਸੀਂ ਉਹੀ ਆਪਸ਼ਨ ਤੁਸੀਂ ਲੈ ਕੇ ਜਾਓ ਹੈ ਨਾ। ਪਰ ਸਾਨੂੰ ਉਹਨਾਂ ਨੇ ਮਾਣ ਦਿੱਤਾ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪਰਿਵਾਰ ਹੈ ਸਾਡੇ ਨਾਲ ਜੁੜੇ ਹੋਏ ਇਟਾਲੀਅਨ ਜਿਹੜੇ ਪਰਿਵਾਰ ਸੀਗੇ ਉੱਥੇ ਦੇ ਡਿਜ਼ਾਈਨਰ ਸੀਗੇ ਕਹਿੰਦੇ ਵੀ ਅਸੀਂ ਕੋਈ ਯੂਨੀਕ ਕਰਕੇ ਦਈਏ ਇਹਨਾਂ ਵਾਸਤੇ ਤੇ ਇੱਕ ਉਹ ਜਿਹਾ ਪੇਂਟ ਐਗਜ਼ਿਸਟ ਨਹੀਂ ਕਰਦਾ ਸੀ ਉਹਨਾਂ ਦੇ ਕੈਟਾਲੌਗ ਦੇ ਵਿੱਚ ਵੀ ਨਹੀਂ ਸੀਗਾ। ਅਸੀਂ ਗੱਲਾਂ ਕਰਦੇ ਹੋਏ ਵੀ ਜੇ ਅਸੀਂ ਲਾਲ ਰੰਗ ਦੇ ਵਿੱਚ 골ਡ ਪਾ ਦਈਏ, 골ਡ ਦੇ ਜਿਹੜੇ ਸੋਨੇ ਦੇ ਫਲੇਕਸ ਪਾ ਦਈਏ ਅਸੀਂ ਤੇ ਜਦੋਂ ਧੁੱਪ ਦੇ ਵਿੱਚ ਚਮਕੂਗਾ ਤਾਂ ਔਰੰਜ ਲੱਗੂਗਾ ਤੇ ਕਹਿੰਦੇ ਹਾਂ ਲੱਗੂਗਾ ਤੇ ਉਦੋਂ ਗੱਲਾਂ ਦੇ ਵਿੱਚ ਜੋ ਫਿਰ ਨਵਾਂ ਪੇਂਟ ਬਣਾ ਲੈਂਦੇ ਆਪਾਂ। ਪੇਂਟ ਹੈ ਹੀ ਨਹੀਂ ਸੀ, ਇਤਿਹਾਸ ਦੇ ਵਿੱਚ ਨਹੀਂ ਸੀ ਫੈਕਟਰੀ ਦੇ, ਇਹ ਨਹੀਂ ਵੀ ਕਿਸੇ ਹੋਰ ਪੇਂਟ ਚ ਆ ਕੇ ਠੱਪਾ ਲਗਾਤਾ ਜੀ ਇਹ ਤੁਹਾਡਾ ਪੇਂਟ ਹੋ ਗਿਆ, ਇਹ ਕੰਮ ਨਹੀਂ ਸੀਗਾ, ਫਰਾਰੀ ਇਹ ਜਿਹਾ ਕੰਮ ਨਹੀਂ ਕਰਦੀ। ਤੇ ਉਹ ਕਹਿੰਦੇ ਤੁਹਾਡੇ ਨਾਮ ਦੇ ਉੱਪਰ ਉਹਨੇ ਪੇਂਟ ਹਾਂ ਫਿਰ ਉਹ ਕਹਿੰਦੇ ਜੀ ਜੇ ਤੁਸੀਂ ਮਾਈਂਡ ਕਰੋਗੇ ਵੀ ਜੇ ਅਸੀਂ ਪੇਂਟ ਦਾ ਨਾਮ ਰੋਸੋ ਕਪੂਰ ਰੱਖ ਦਈਏ ਤੁਹਾਡੇ ਨਾਮ ਤੇ, ਜਿੰਨੇ ਹੱਥਾਂ ਦੀਆਂ ਉਂਗਲੀਆਂ ਨੇ ਜੀ ਇੰਨੇ ਕਿ ਸ਼ਾਇਦ ਲੋਕ ਨੇ ਧਰਤੀ ਤੇ ਜਿਨ੍ਹਾਂ ਦੇ ਨਾਮ ਤੇ ਫਰਾਰੀ ਨੇ ਪੇਂਟ ਰੱਖਿਆ। ਤੇ ਇਹ ਫਿਰ ਹੁਣ ਤੁਹਾਡਾ ਪੇਂਟ ਬਣ ਗਿਆ, ਰਜਿਸਟਰਡ ਹੋ ਗਿਆ ਤੁਹਾਡਾ? ਹਾਂਜੀ ਇਹਨਾਂ ਨੇ ਪੀਪੀਜੀ ਦੇ ਵਿੱਚ ਰਜਿਸਟਰ ਕਰਾਇਆ ਹੋਇਆ ਪੇਂਟ। ਪੀਪੀਜੀ ਇੱਕ ਸੰਸਥਾ ਹੁੰਦੀ ਹੈ ਇੰਟਰਨੈਸ਼ਨਲ ਜਿਹਦੇ ਵਿੱਚ ਕੋਈ ਵੀ ਨਵਾਂ ਪੇਂਟ ਬਣਦਾ ਹੈ, ਰੱਬ ਨਾ ਕਰੇ 50 ਸਾਲਾਂ ਬਾਅਦ ਸਾਨੂੰ ਉਹ ਪੇਂਟ ਲੈਣਾ ਪੈ ਜਾਵੇ ਹੈ ਕਿਸੇ ਰਿਪੇਅਰ ਵਾਸਤੇ, ਰੀਪੇਂਟ ਵਾਸਤੇ, ਕਿਸੇ ਚੀਜ਼ ਵਾਸਤੇ, ਤਾਂ ਉਹ ਕਾਕਟੇਲ ਕਿਵੇਂ ਬਣਿਆ ਸੀ ਪੇਂਟ ਦਾ ਹੈ ਤੇ ਉਹਦਾ ਨਾਮ ਕੀ ਸੀਗਾ ਤੇ ਉਹਨੂੰ ਬਣਾਉਣਾ ਕਿਵੇਂ ਹੈ ਤਾਂ ਉਹ ਤੋਂ ਪੇਂਟਰ ਬਣਾ ਸਕੇਗਾ। ਅਦਰਵਾਈਜ਼ ਜਿਹਨੂੰ ਮਿਕਸਚਰ ਪ੍ਰੋਪਰ ਤੌਰ ਤੇ ਨਹੀਂ ਮਿਲੇਗਾ, ਕਿੰਨੇ ਕੈਮੀਕਲ ਕਿੰਨੀ ਮਾਤਰਾ ਦੇ ਵਿੱਚ ਹੋਣਾ ਚਾਹੀਦਾ, ਉਹ ਇਨਸਾਨ ਪੇਂਟ ਨਹੀਂ ਬਣਾ ਸਕਦਾ। ਫਿਰ ਕਹਿਣ ਦਾ ਮਤਲਬ ਜੇ ਹੁਣ ਕਿਸੇ ਨੇ ਫਰਾਰੀ ਕਿਸੇ ਨੂੰ ਮਿਲਣ ਦੀ ਆਫਰ ਹੋਊਗੀ ਤੇ ਜੇ ਉਹ ਇਸ ਪੇਂਟ ਨੂੰ ਲੈਣਾ ਚਾਹੇ ਤੇ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਉਹ ਨਹੀਂ ਲੈ ਸਕਦਾ? ਨਹੀਂ ਲੈ ਸਕਦੇ।
ਠੀਕ ਹੈ ਜੀ। ਹਾਂਜੀ, ਕਿਉਂਕਿ ਫਰਾਰੀ ਨੇ ਸਿਰਫ ਸਾਨੂੰ ਤੁਹਾਡੇ ਡੈਡੀਕੇਟ ਤੱਕ ਹੁਣ ਕੀਤਾ। ਤੱਕ ਕਿਸੇ ਨੇ ਪਹੁੰਚ ਵੀ ਕੀਤੀ ਵੀ ਅਸੀਂ ਇਸ ਪੇਂਟ ਦੇ ਹਾਂਜੀ, ਇੱਕ ਦੋ ਦੋਸਤਾਂ ਨੇ ਬੇਨਤੀ ਕੀਤੀ ਹੈ, ਉਹ ਕਹਿੰਦੇ ਵੀ ਅਨਮੋਲ ਜੇ ਤੁਸੀਂ ਚਾਹੋ ਤਾਂ ਅਸੀਂ ਜੇ ਕਾਰ ਆਰਡਰ ਕਰਨੀਆਂ ਨੇ ਤੇ ਅਸੀਂ ਰੋਸੋ ਕਪੂਰ ਦੇ ਨਾਂ ਦੀ ਪੇਂਟ ਕਰ ਲਈਏ, ਆਰਡਰ ਕਰ ਲਈਏ। ਤੇ ਅਸੀਂ ਕਿਹਾ ਮਾਣ ਹੈ ਜੀ ਸਾਡੇ ਵਾਸਤੇ, ਤੁਸੀਂ ਸਾਨੂੰ ਇਸ ਮਾਣ ਸੋਚਦੇ ਹੋ। ਇਹ ਸਾਰਾ ਕੁਝ ਡਨ ਕਰਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਸਾਰਾ ਕੁਝ ਦੱਸਿਆ ਵੀ ਇਦਾਂ ਬਣਾਉਣੀ ਹੈ, ਉਸ ਤੋਂ ਬਾਅਦ ਫਿਰ ਇਹਨੂੰ ਤੁਹਾਡੇ ਤੱਕ ਪਹੁੰਚਣ ਨੂੰ ਕਿੰਨਾ ਕੁ ਟਾਈਮ ਲੱਗ? ਦੇਖੋ, ਅਸੀਂ ਇਹ ਕਾਰ ਦੀ ਪਹਿਲਾਂ ਐਲੋਕੇਸ਼ਨ ਮਿਲੀ ਸਾਨੂੰ, ਲਗਭਗ ਮੇਰੇ ਹਿਸਾਬ ਨਾਲ 2017-18 ਦੇ ਵਿੱਚ ਐਲੋਕੇਸ਼ਨ ਮਿਲੀ ਸਾਨੂੰ। ਤੇ ਅਸੀਂ ਫਿਰ ਫਰਾਰੀ ਦੇ ਟੂਰ ਤੇ ਗਏ ਸੀਗੇ ਪੈਂਡੈਮਿਕ ਤੋਂ ਪਹਿਲਾਂ। ਸੋ ਜਦੋਂ 2019 ਦੇ ਵਿੱਚ ਅਸੀਂ 2018 ਦੇ ਵਿੱਚ ਅਸੀਂ ਗਏ ਸੀਗੇ, 2018 ਦੇ ਵਿੱਚ ਫੈਕਟਰੀ ਗਏ ਸੀ, ਉਹਦੇ ਵਿੱਚ ਕਾਰ ਡਿਜ਼ਾਈਨ ਕਰਕੇ ਆਏ ਵੀ ਕਾਰ ਸਾਨੂੰ 2 ਸਾਲ ਬਾਅਦ ਮਿਲੇਗੀ। 2 ਸਾਲ? ਹਾਂਜੀ। ਤੇ ਇੱਕ ਜਿਹੜਾ ਇਹ ਨੰਬਰ 1 ਦਾ ਇਹ ਵੈਸੇ ਸ਼ੌਂਕੀ ਤੌਰ ਤੇ ਨੰਬਰ 1 ਲਿਖਾ ਲਿਆ ਜਾਂ ਇਹਦੇ ਪਿੱਛੇ ਵੀ ਕੋਈ ਹਿਸਟਰੀ ਹੈ? ਇਹਦੀ ਇੱਥੇ ਇਤਿਹਾਸ ਹੈ ਜੀ। ਦੇਖੋ, ਜਿਹੜੀ ਕਾਰ ਹੈ ਇਹ ਕਾਰ ਇਨਸਪਾਇਰ ਕੀਤੀ ਗਈ ਹੈ ਮਾਈਕਲ ਸ਼ੂਮਾਕਰ ਤੋਂ। ਮਾਈਕਲ ਸ਼ੂਮਾਕਰ ਫਾਰਮੂਲਾ 1 ਟੀਮ ਦੇ ਜਿਹੜੀ ਰੇਸਿੰਗ ਟੀਮ ਹੈ ਫਰਾਰੀ ਦੀ ਸਭ ਤੋਂ ਜ਼ਿਆਦਾ ਸਕਸੈਸਫੁਲ ਡਰਾਈਵਰ ਸੀਗੇ। ਤੇ ਅੱਜ ਕੱਲ ਉਹ ਬਿਮਾਰ ਨੇ, ਇੰਜਰੀ ਹੋ ਗਈ ਉਹਨਾਂ ਨੂੰ ਕਾਫੀ 8-9 ਸਾਲ ਤੋਂ। ਤੇ ਉਹ ਲਾਸਟ ਡਰਾਈਵਰ ਸੀਗੇ। ਇੱਕ ਫਾਰਮੂਲਾ 1 ਦੇ ਵਿੱਚ ਇੱਕ ਟ੍ਰੈਡੀਸ਼ਨ ਹੈ, ਤੁਸੀਂ ਕੋਈ ਵੀ ਜਰਸੀ ਨੰਬਰ ਰੱਖ ਲਓ, ਕੋਈ ਵੀ ਕਾਰ ਦਾ ਨੰਬਰ ਰੱਖ ਲਓ, ਪਰ ਨੰਬਰ 1 ਨਹੀਂ ਕਹਿ ਸਕਦੇ ਤੁਸੀਂ ਆਪਣੀ ਕਾਰ ਨੂੰ। ਤੁਸੀਂ 2 ਰੱਖ ਲਓ, 10 ਰੱਖ ਲਓ, 100 ਰੱਖ ਲਓ, 1000 ਰੱਖ ਲਓ, ਜੋ ਮਰਜ਼ੀ ਨੰਬਰ ਰੱਖ ਲਓ, ਪਰ ਇੱਕ ਨਹੀਂ ਰੱਖ ਸਕਦੇ। ਇੱਕ ਨੰਬਰ ਸਿਰਫ ਉਹੀ ਫਾਰਮੂਲਾ 1 ਚ ਅਲਾਉਡ ਕੀਤਾ ਜਾਂਦਾ ਉਸੇ ਇਨਸਾਨ ਨੂੰ ਜਿਹੜਾ ਪਿਛਲੇ ਸਾਲ ਚੈਂਪੀਅਨ ਸੀ। ਠੀਕ ਹੈ। ਜਦ ਪਿਛਲੇ ਚੈਂਪੀਅਨ ਸੀਗਾ ਤਾਂ ਉਹ ਅਗਲੇ ਸਾਲ ਜਿਹੜਾ ਕਾਰ ਚਲਾਊਗਾ ਉਹ ਨੰਬਰ 1 ਦੇ ਨਾਲ ਕਾਰ ਚਲਾ ਸਕਦਾ। ਤੇ ਜਿਹੜਾ ਮਾਈਕਲ ਸ਼ੂਮਾਕਰ ਸੀ ਉਹ ਲਾਸਟ ਡਰਾਈਵਰ ਸੀ ਜਿਹਨੇ ਮੋਸਟ ਕਾਰਾਂ ਚਲਾਈਆਂ ਸੀ ਨੰਬਰ 1 ਦੇ ਨਾਲ, ਕਿਉਂਕਿ ਉਹ ਵਰਲਡ ਚੈਂਪੀਅਨ 7 ਵਾਰ ਰਹਿ ਚੁੱਕਿਆ ਸੀ ਤੇ ਫਰਾਰੀ ਦਾ ਨੰਬਰ 1 ਡਰਾਈਵਰ ਸੀ। ਸੋ ਜਿਹੜੀ ਕਾਰ ਹੈ, ਕਾਰ ਅਸੀਂ ਉਹਦੀ ਜਿਹੜੀ ਫਾਰਮੂਲਾ ਵਿਨਿੰਗ ਕਾਰ ਸੀ, ਜਦੋਂ ਜਿੱਤਿਆ ਸੀ ਫਾਰਮੂਲਾ 1 ਰੇਸਿੰਗ ਜਿੱਤਿਆ ਸੀਗਾ ਉਹ ਚੈਂਪੀਅਨਸ਼ਿਪ, ਉਹਦੀ ਕਾਰ ਤੋਂ ਇਨਸਪਾਇਰ ਹੋ ਕੇ ਕਾਰ ਬਣੀ ਹੈ ਤੇ ਕਾਰ ਇਹ ਉਹਦੀ ਜਿੱਤਾਂ ਨੂੰ ਡੈਡੀਕੇਟਡ ਹੈ। ਮਤਲਬ ਇਹ ਹਿਸਟੋਰੀਕਲ ਕਾਰ ਹੈ, ਤੁਸੀਂ ਇੱਕ ਜਿਹੜੀ ਤੁਹਾਨੂੰ ਕੰਪਨੀ ਨੇ ਆਫਰ ਕਰਤੀ ਹੈ ਬਣ ਗਈ ਹੈ। ਹਾਂਜੀ, ਇਹ ਦੁਬਾਰਾ ਨਹੀਂ ਬਣੇਗੀ ਜੀ। ਤੇ ਇਹਦੇ ਵਿੱਚ ਹੋਰ ਕੀ ਖਾਸ ਸਾਨੂੰ ਤੁਸੀਂ ਦੱਸ ਸਕਦੇ ਹੋ, ਦਿਖਾ ਸਕਦੇ ਹੋ ਕਿ ਵੀ ਉਹਦੇ ਨਾਲ ਇਹਦੇ ਵਿੱਚ ਕੀ ਡਿਫਰੈਂਸਸ ਹੈ? ਕੁਝ ਇਦਾਂ ਕੁਝ ਦਿਖਾ ਸਕਦੇ? ਹਾਂਜੀ, ਦਿਖਾ ਸਕਦਾ ਜੀ। ਜੇ ਤੁਸੀਂ ਦੇਖੋ, ਨੋਟ ਕਰੋਗੇ ਵੀ ਇਹਦੇ ਵਿੱਚ ਜਿਹੜਾ ਪੇਂਟ ਹੈ ਨਾ, ਪਹਿਲੀ ਗੱਲ ਤਾਂ ਦੇਖੋ ਇੱਕ ਕਾਰ ਦੇਖੋ ਸਾਰੀ ਕਾਰਬਨ ਫਾਈਬਰ ਦੀ ਹੈ। ਓਕੇ, ਹੈ ਨਾ, ਇਹ ਕਾਰਬਨ ਫਾਈਬਰ ਦੀ ਕਾਰ ਹੈ ਜੀ। ਠੀਕ ਹੈ, ਇਹ ਵੀ ਕਾਰਬਨ ਫਾਈਬਰ ਹੈ। ਤੁਸੀਂ ਦੇਖੋਗੇ ਆਹ ਕਾਰਬਨ ਫਾਈਬਰ ਲੱਗਿਆ ਹੋਇਆ ਸਾਰੇ ਕਿਤੇ, ਹੈ ਨਾ। ਤੇ ਉਸ ਤੋਂ ਬਾਅਦ ਜਿਹੜਾ ਪੇਂਟ ਹੈ ਜੀ, ਇਹ ਲਿਖਿਆ ਹੋਇਆ ਦੇਖੋ ਰੋਸੋ ਕਪੂਰ, ਇਹਦੇ ਵਿੱਚ PPG ਦੇ ਵਿੱਚ ਰਜਿਸਟਰਡ ਹੈਗਾ, ਨਾਮ ਲਿਖਿਆ ਹੋਇਆ ਸਾਡਾ ਪੂਰਾ ਰੋਸੋ ਕਪੂਰ ਦਾ। ਇੱਥੇ ਇਹਦੇ ਉੱਪਰ ਲਿਖਿਆ ਨਾਮ? ਹਾਂਜੀ, ਇਹ ਪ੍ਰੂਫ ਹੈ, ਇਹ ਨਹੀਂ ਵੀ ਮੈਂ ਕਹਿ ਰਿਹਾ ਇਕੱਲਾ। ਠੀਕ ਹੈ ਜੀ, ਇਹ ਸਬੂਤ ਹੈ। ਦੇਖੋ, ਫਰਾਰੀ ਦੇ ਹਰ ਇਤਿਹਾਸ ਸਬੂਤ ਜਾਂਦਾ ਹੈ ਨਾ। ਉਹ ਤੋਂ ਬਾਅਦ ਫਰਾਰੀ ਦੇ ਜਿਹੜੀ ਜੋ ਫਰਾਰੀ ਦੀ ਕੋਈ ਵੀ ਕਾਰ ਜੰਮਦੀ ਹੈ ਤਾਂ ਉਹਦੀ ਇੱਕ ਲਿਸਟ ਹੁੰਦੀ ਹੈ, ਸਪੈਸੀਫਿਕੇਸ਼ਨ ਲਿਸਟ ਹੁੰਦੀ ਹੈ, ਬਰਥ ਸਰਟੀਫਿਕੇਟ ਹੁੰਦਾ ਇਹਦਾ ਵੀ ਕਾਰ ਦਾ ਬਰਥ ਸਰਟੀਫਿਕੇਟ ਹੋਇਆ। ਉਸ ਤੋਂ ਬਾਅਦ ਜੀ ਜਿਹੜੀ ਇਹ ਕਾਰ ਹੈ, ਕਾਰ ਦੇ ਵਿੱਚ ਜੋ ਸਾਡਾ ਤਾਂ ਇੱਕ ਸਿੱਧਾ ਜਿਹਾ ਹਿਸਾਬ ਤੁਹਾਨੂੰ ਦੱਸਾਂ ਨਾ, ਅਸੀਂ ਕਾਰ ਨੂੰ ਕਿੱਦਾਂ ਦੇਖਦੇ ਹਾਂ। ਅਸੀਂ ਤਾਂ ਦੇਖਦੇ ਹਾਂ ਰੇਸ ਤੇ ਪੈਰ ਰੱਖ ਕੇ। ਹਾਂਜੀ, ਉਹ ਤੁਸੀਂ ਦੱਸੋ ਵੀ ਇਹ ਜਿਹੜੀ ਮੈਂ ਕਈ ਵਾਰੀ, ਚਲੋ ਸਾਨੂੰ ਇਸ ਕੈਟਾਗਰੀ ਦਾ ਬਹੁਤਾ ਤਾਂ ਨਹੀਂ ਪਤਾ ਵੀ ਰੇਸਿੰਗ ਕਾਰਾਂ ਦਾ ਕਿੱਦਾਂ, ਪਰ ਅਸੀਂ ਉਂਝ ਚਲੋ ਦੇਖਦੇ ਰਹਿੰਦੇ ਅੱਜ ਕੱਲ ਸੋਸ਼ਲ ਮੀਡੀਆ ਤੇ, ਕਈ ਪੈਰ ਰੱਖੀ ਤੇ 100 ਤੇ। ਹਾਂਜੀ, ਠੀਕ ਹੈ ਜੀ। ਇਹ ਜੀ 100 ਤੇ ਪਹੁੰਚੂਗੀ, 0 ਤੋਂ 100 ਤੇ 2.8 ਸੈਕਿੰਡ ਦੇ ਵਿੱਚ। ਤੁਸੀਂ ਕਹੋਗੇ 1, ਹਾਂਜੀ, ਤੁਸੀਂ ਕਹੋਗੇ 1 2 3 ਮੂੰਹ ਚੋਂ ਨਿਕਲਣਾ, ਗੱਡੀ 100 ਤੇ ਚੱਲਦੀ ਹੋਊਗੀ। ਇਹ ਤੁਸੀਂ ਫਿਰ ਇਹ 720 ਹਾਰਸ ਪਾਵਰ ਨੇ ਜੀ ਇਹਦੇ। ਓਕੇ, ਸਾਨੂੰ ਥੋੜਾ ਜਿਹਾ ਇਹਦੇ ਪਿੱਛੇ ਵੀ ਇੰਜਨ ਬਾਰੇ ਵੀ ਸਾਨੂੰ ਮਾੜਾ ਜਿਹਾ ਦੱਸੋ ਇਹਦੇ ਬਾਰੇ। ਆ ਦੇਖੋ ਤੁਸੀਂ ਨਾ, ਪੇਂਟ ਦੇਖੋ ਕਿੰਨਾ ਫਰਕ ਪਿਆ। ਦੇਖੋ ਗੋਲਡ ਦਿਖ ਰਿਹਾ ਤੁਹਾਨੂੰ, ਇਹ ਪੇਂਟ ਹੈ ਧੁੱਪ ਦੇ ਵਿੱਚ। ਉੱਥੇ ਦੇਖੋ, ਉਧਰ ਦੇਖੋ, ਨਿਗਾਹ ਮਾਰੋ, ਤੁਹਾਨੂੰ ਲਾਲ ਦਿਖੇਗਾ ਰੋਸੋ ਕੋਰਸਾ, ਫਰਾਰੀ ਰੈੱਡ ਦਿਖੇਗਾ। ਆਹ ਦੇਖੋ ਸ਼ਾਈਨ ਕਿਵੇਂ ਕਰਦਾ ਪੇਂਟ। ਸੋ ਇਹ ਜਿਹੜੀ ਕਾਰ ਦਾ ਇੰਜਨ ਦੇਖੋਗੇ ਤੁਸੀਂ, ਇਹ ਇੰਜਨ ਦੇ ਵਿੱਚ ਜੀ ਇਹ V8 ਇੰਜਨ ਹੈ, 720 ਹਾਰਸ ਪਾਵਰ ਨੇ ਲਗਭਗ। ਤੇ ਜਿਹੜੀ ਇਹ ਕਾਰ ਹੈ, ਇਹ ਕਾਰ ਦਾ ਜਿਹੜਾ ਇੰਜਨ ਹੈ, ਇਹ ਤੁਸੀਂ ਦੇਖੋਗੇ ਆਟੋਗ੍ਰਾਫਸ ਨੇ ਕਾਰ ਦੇ ਇੰਜਨ ਦੇ ਉੱਪਰ। ਓਕੇ, ਆ ਜਿਹੜੇ ਇਹ ਦਿੱਤੇ ਹੋਏ, ਹਾਂਜੀ, ਆਟੋਗ੍ਰਾਫਸ ਨੇ ਜੀ। ਓਕੇ, ਤੇ ਜੇ ਤੁਸੀਂ ਨੋਟ ਕਰੋਗੇ ਉਹ ਜਿਹੜੇ ਆਟੋਗ੍ਰਾਫਸ ਇੱਥੇ ਪਿੱਛੇ ਆਟੋਗ੍ਰਾਫਸ ਨੇ, ਫਾਰਮੂਲਾ 1 ਦੇ 3 ਡਰਾਈਵਰ ਨੇ ਜੀ। ਇਸ ਵੇਲੇ 10 ਟੀਮਾਂ ਹੁੰਦੀਆਂ ਨੇ, 20 ਡਰਾਈਵਰ ਹੁੰਦੇ ਨੇ ਹਰ ਸਾਲ ਲਗਭਗ। ਜਿਹੜੇ 3 ਡਰਾਈਵਰ ਨੇ ਇਸ ਸਾਲ ਦੇ ਜੋ ਚਲਾ ਰਹੇ ਨੇ ਕਾਰਾਂ, ਹੈ ਨਾ, ਉਹਨਾਂ ਤਿੰਨਾਂ ਦੇ ਆਟੋਗ੍ਰਾਫ ਨੇ ਜੀ ਉੱਥੇ। ਓਕੇ, ਇੱਕ ਸ਼ਾਰਲਸ ਲੈਕੈਰਕ ਹੈਗਾ ਜਿਹੜਾ ਫਾਰਮੂਲਾ 1 ਦਾ ਫਰਾਰੀ ਦਾ ਨੰਬਰ 1 ਡਰਾਈਵਰ ਹੈਗਾ। ਸੈਬੈਸਟੀਅਨ ਵੈਟਲ, ਉਹ 4 ਟਾਈਮ ਵਰਲਡ ਚੈਂਪੀਅਨ ਰਹਿ ਚੁੱਕਿਆ ਬੰਦਾ ਰੇਸਿੰਗ ਦੇ ਵਿੱਚ। ਮਿਕ ਸ਼ੂਮਾਕਰ, ਜਿਹਦੇ ਨਾਮ ਤੋਂ ਇਹ ਕਾਰ ਡੈਡੀਕੇਟ ਕੀਤੀ ਗਈ ਹੈ, ਮਾਈਕਲ ਸ਼ੂਮਾਕਰ ਦਾ ਪੁੱਤ।
ਉਹ ਵੀ ਰੇਸਿੰਗ ਡਰਾਈਵਰ ਹੈ ਜੀ। ਜੀ ਉਹ ਤੋਂ ਬਾਅਦ ਜੀ ਡਿਜ਼ਾਈਨਿੰਗ ਟੀਮ ਜਿਨ੍ਹਾਂ ਨੇ ਸਾਡੀ ਕਾਰ ਡਿਜ਼ਾਈਨ ਕਰਨ 'ਚ ਹੈਲਪ ਕੀਤੀ ਸੀਗੀ ਉਸ ਦਿਨ, ਜਿਹੜੇ ਪਰਿਵਾਰ ਦੇ ਇਟਾਲੀਅਨ ਪਰਿਵਾਰ ਦੇ ਲੋਕ ਉੱਥੇ ਸੀਗੇ। ਜਿਹੜਾ CEO ਫਰਾਰੀ ਦਾ ਜਿਹੜਾ CEO ਸੀਗਾ ਜੀ, ਹੈ ਨਾ ਉਸ ਟਾਈਮ, ਉਹਦੇ ਆਟੋਗ੍ਰਾਫ ਨੇ ਕਾਰ ਦੇ ਵਿੱਚ, ਤੇ ਉਹ ਤੋਂ ਬਾਅਦ ਸਾਡੇ ਪਰਿਵਾਰ ਦੇ ਆਟੋਗ੍ਰਾਫ, ਓਕੇ, ਸਾਡੇ ਬੱਚਿਆਂ ਦੇ। ਹਾਂਜੀ ਜੀ। ਤੇ ਇਹ ਜੀ ਯੂਨੀਕਨੈਸ ਹੈ ਕਾਰ ਦੀ, ਤੁਸੀਂ ਨੋਟ ਕਰੋਗੇ। ਹੁਣ ਦੇਖੋ ਜੇ ਮੈਂ ਸਾਈਡ ਤੇ ਹੋ ਜਾਣਾ, ਪੇਂਟ ਦੇਖੋ, ਪੇਂਟ ਦੇ ਸ਼ਾਇਦ ਪਤਾ ਨਹੀਂ ਤੁਹਾਡਾ ਕੈਮਰਾ ਕੈਪਚਰ ਕਰ ਸਕੇ ਨਾ ਕਰ ਸਕੇ, ਤੁਸੀਂ ਦੇਖੋਗੇ 골ਡਨ ਸ਼ਿਮਰ ਹੈਗੀ ਹੈ ਪੇਂਟ ਤੇ। ਨਹੀਂ ਉਹ ਬਿਲਕੁਲ ਉਹ ਜਿਹੜਾ ਛਾਂ ਵਾਲਾ ਏਰੀਆ ਉਹ ਡਿਫਰੈਂਟ ਹੈ। ਹਾਂਜੀ ਉਹ ਡਿਫਰੈਂਟ ਲੱਗਿਆ, ਛਾਂ ਵਾਲਾ ਇਹ ਤਾਂ ਡਿਫਰੈਂਟ ਲੱਗਿਆ। ਤੁਸੀਂ ਕਹੋਗੇ ਕਾਰ ਹੈ ਹੀ ਡਿਫਰੈਂਟ ਰੰਗ ਦੀ ਹੈ। ਤੁਸੀਂ ਸ਼ਰਤ ਲਗਾ ਕੇ ਬੰਦਾ ਹਾਰ ਵੀ ਸਕਦਾ ਸ਼ਰਤ ਸ਼ਾਇਦ ਜੀ। ਸੋ ਇਹ ਯੂਨੀਕਨੈਸ ਹੈ ਕਾਰ ਦੀ, ਹੈ ਨਾ। ਉਸ ਤੋਂ ਬਾਅਦ ਤੁਸੀਂ ਜਦੋਂ ਆਓਗੇ, ਕਾਰ ਦਾ ਬਾਕੀ ਦਾ ਕਾਰਬਨ ਫਾਈਬਰ ਲੱਗਿਆ ਹੋਇਆ ਹੈ। ਉਸ ਤੋਂ ਬਾਅਦ ਤੁਸੀਂ ਨੋਟ ਕਰੋਗੇ ਜਦੋਂ ਆਪਾਂ ਕਾਰ ਖੋਲਦੇ ਹਾਂ, ਜਦੋਂ ਖੋਲਦੇ ਹਾਂ ਤੁਸੀਂ ਉਹਦੇ ਦੇਖੋ ਨੋਟ ਕਰੋਗੇ ਲਿਖਿਆ ਹੋਇਆ ਟੇਲਰ ਮੇਡ, ਸਪੈਸ਼ਲੀ ਮੇਡ ਫॉर ਕਪੂਰ ਫੈਮਿਲੀ। ਤੇ ਜਿਹੜਾ ਸੀਟਾਂ ਦਾ ਮਟੀਰੀਅਲ ਹੈ, ਸੀਟਾਂ ਦਾ ਮਟੀਰੀਅਲ ਸੇਮ ਮਟੀਰੀਅਲ ਹੈ ਭਾਜੀ ਜੋ ਮਾਈਕਲ ਸ਼ੂਮਾਕਰ ਦੀ ਰੇਸਿੰਗ ਕਾਰ ਦੇ ਵਿੱਚ ਸੀਗਾ। ਓਕੇ। ਤੇ ਚਿੱਟਾ ਪੇਂਟ ਐਗਜ਼ੈਕਟਲੀ ਸੇਮ ਪੇਂਟ ਹੈ ਜੋ ਮਾਈਕਲ ਸ਼ੂਮਾਕਰ ਦੀ ਕਾਰ ਦੇ ਉੱਪਰ ਚਿੱਟਾ ਪੇਂਟ ਯੂਜ਼ ਕੀਤਾ ਗਿਆ ਸੀ। ਇਹ ਜਿਹੜੀਆਂ ਬਹੁਤ ਸਾਰੀਆਂ ਤੁਸੀਂ ਗੱਲਾਂ ਦੱਸੀਆਂ ਕਿ ਮਾਈਕਲ ਸ਼ੂਮਾਕਰ ਨੂੰ ਡੈਡੀਕੇਟਡ ਹੈ, ਤੇ ਇਹ ਉਹਨਾਂ ਦੀ ਇਜਾਜ਼ਤ ਵੀ ਇਹਦੇ ਵਿੱਚ ਪਰਮਿਸ਼ਨ ਵੀ ਉਹਨਾਂ ਦੀ ਲਈ ਗਈ? ਨਹੀਂ, ਕਿਉਂਕਿ ਉਹਦੇ ਵਿੱਚ ਫਰਾਰੀ ਇਨਵੋਲਵ ਹੁੰਦੀ ਹੈ ਤੇ ਫਰਾਰੀ ਦੇ ਡਰਾਈਵਰ ਨੇ, ਸੋ ਫਰਾਰੀ ਹੀ ਡਿਸਾਈਡ ਕਰਦੀ ਹੈ। ਉਹਨਾਂ ਸ਼ਾਇਦ ਇੰਟਰਨ ਲਈ ਹੋਈ ਪਰਮਿਸ਼ਨ, ਕਿਉਂਕਿ ਉਹਨਾਂ ਦੇ ਬੇਟੇ ਨੇ ਸਾਈਨ ਕੀਤੇ ਨੇ, ਆਟੋਗ੍ਰਾਫਸ ਕੀਤੇ ਨੇ ਮਿਕ ਸ਼ੂਮਾਕਰ ਨੇ, ਉਹ ਵੀ ਫਾਰਮੂਲਾ 1 ਦੇ ਡਰਾਈਵਰ ਨੇ ਇਸ ਵੇਲੇ। ਸੋ 3 ਡਰਾਈਵਰਸ ਨੇ ਆਟੋਗ੍ਰਾਫਸ ਕਰਨਾ, CEO ਨੇ ਆਟੋਗ੍ਰਾਫ ਕਰਨੀ ਕਾਰ, ਕਿਉਂਕਿ ਕਾਰ ਡੈਡੀਕੇਟਡ ਹੈਗੀ ਹਿਸਟੋਰੀਕਲ ਫਿਗਰ ਨੂੰ। ਤੇ ਇੰਨੀ ਸਪੈਸ਼ਲ ਤੁਸੀਂ ਇਹ ਗੱਡੀ ਬਣਾਈ ਹੈ, ਤੇ ਤੁਸੀਂ ਫਿਰ ਇਹਦੇ ਹੁਣ ਰੇਸਿੰਗ ਟਰੈਕ ਵਗੈਰਾ ਤੇ ਵੀ ਤੁਸੀਂ ਉਹ ਸ਼ੌਂਕ ਵੀ ਹੈ? ਹਾਂਜੀ ਹੈਗਾ ਜੀ, ਹੈਗਾ। ਆਪਣਾ ਹੁਣ ਕੈਲਗਰੀ ਦੇ ਸੁੱਖ ਨਾਲ ਇੱਕ ਰੇਸ ਟਰੈਕ ਖੁੱਲ ਗਿਆ ਤੇ ਅਸੀਂ ਵੀ, ਸਾਡਾ ਵੀ ਥੋੜਾ ਤਿਲ ਫੁੱਲ ਹਿੱਸਾ ਹੈਗਾ ਉਹਦੇ ਵਿੱਚ। ਸੋ ਹੁਣ ਰੇਸ ਟਰੈਕ ਹੁਣੇ ਇਸ ਸਾਲ ਹੀ ਖੋਲਿਆ, ਸੋ ਹੁਣ ਅਸੀਂ ਕਾਰ ਨੂੰ ਉੱਥੇ ਲੈ ਕੇ ਜਾਂਦੇ ਆ ਤੇ ਆਪਣਾ ਸ਼ੌਂਕ ਪੂਰਾ ਕਰਦੇ ਆ। ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਟਾਈਮ ਦਿੱਤਾ। ਥੈਂਕ ਯੂ ਸਰ। ਇਹ ਸਨ ਡਾਕਟਰ ਅਨਮੋਲ ਕਪੂਰ, ਜਿਨ੍ਹਾਂ ਦੇ ਬਚਪਨ ਦਾ ਪੋਸਟਰ ਜਿਹੜਾ ਅਸਲੀਅਤ ਦੇ ਵਿੱਚ ਤੁਸੀਂ ਦੇਖ ਲਿਆ, ਤੇ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਇਸ ਦੇ ਲਈ। ਤੇ ਅੱਜ ਦੇ ਲਈ ਇੰਨਾ ਹੀ, ਥੈਂਕ ਯੂ ਸੋ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ।